ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ, ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ, ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਗੰਗਾ ਮੰਗਲ ਸੰਗ ਤਬ, ਕਰਤ ਨਿਛਾਵਰ ਨੰਦ। ਅਪਰ ਸਰਬ ਨੇ ਉਠ ਕਰੀ, ਖਰਚਹਿ ਦਰਬ ਬਿਲੰਦ। ਗੰਗਾ ਮੰਗਲ ਸੰਗ ਤਬ, ਕਰਤ ਨਿਛਾਵਰ ਨੰਦ। ਅਪਰ ਸਰਬ ਨੇ ਉਠ ਕਰੀ, ਖਰਚਹਿ ਦਰਬ ਬਿਲੰਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਪਤਿਤ ਪਾਵਨ, ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਦਇਆ ਨਿਧ ਮਿਹਰਾਮਤਾਂ ਦੇ ਸਾਗਰ, ਊਚ ਅਪਾਰ ਬੇਅੰਤ ਸੁਆਮੀ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਕਰਕੇ ਪਾਤਸ਼ਾਹ ਦੇ ਖੁੱਲੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਨੇਤਰਾਂ ਨੂੰ ਸਫਲ ਬਣਾਇਆ ਹੈ। ਵਡਭਾਗੇ ਹਾਂ ਜੋ ਨਿਤਾ ਪ੍ਰਤ ਸੱਚੇ ਪਾਤਸ਼ਾਹ ਜੀਆਂ ਦੀ ਨਿੱਘੀ ਗੋਦ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਨੇ ਬੜੀ ਮਿਹਰਾਮਤ ਦਇਆ ਕੀਤੀ, ਜੋ ਕਾਫੀ ਲੰਮੇ ਸਮੇਂ ਤੋਂ ਲੜੀਵਾਰ ਰੂਪ ਅੰਦਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਆਪਾਂ ਸ਼ਰਵਣ ਕਰ ਰਹੇ ਹਾਂ। ਚੌਥੀ ਰਾਸ ਦੇ ਅੰਦਰ 14 ਅੰਸ਼ੂ ਦੀ ਕਥਾ ਖਾਲਸਾ ਜੀ ਆਪਾਂ ਕੱਲ੍ਹ ਸ਼ਰਵਣ ਕੀਤੀ ਹੈ, ਜਿਸ ਵਿੱਚ ਧੰਨ ਧੰਨ ਮੀਰੀ ਪੀਰੀ ਦੇ ਬਾਦਸ਼ਾਹ ਪਾਤਸ਼ਾਹ ਆਜਾਨ ਬਾਹੂ ਬੰਦੀ ਛੋੜ ਦਾਤੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿਵਾਹ ਦੇ ਪ੍ਰਸੰਗ ਆਪਾਂ ਸ਼ਰਵਣ ਕੀਤੇ ਕਿ 3 ਰਾਤਾਂ ਡੱਲੇ ਨਗਰ ਦੇ ਵਿੱਚ ਰਹਿ ਕੇ ਇਸ ਨਗਰ ਨੂੰ ਭਾਗ ਲਾ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਸਾਰੀ ਬਰਾਤ ਸਮੇਤ ਉਥੋਂ ਖਾਲਸਾ ਜੀ ਵਾਪਸ ਪਰਤੇ ਹੈ। ਆਉਂਦਿਆਂ ਹੋਇਆਂ ਨੂੰ ਬਾਬਾ ਨਰੈਣ ਦਾਸ ਜੀਆਂ ਬੇਨਤੀ ਕੀਤੀ, ਪਾਤਸ਼ਾਹ ਸੰਸਾਰ ਦੇ ਬੜੇ ਲੋਕ 4 ਚਫੇਰਿਆਂ ਤੋਂ 4 ਦਿਸ਼ਾਵਾਂ ਤੋਂ ਸੰਗਤਾਂ ਮਹਾਰਾਜ ਤੁਹਾਡੇ ਦਰਸ਼ਨਾਂ ਨੂੰ ਤਰਸਦੀਆਂ, ਚੱਲ ਚੱਲ ਕੇ ਤੁਹਾਡੇ ਪਾਸ ਆਉਂਦੀਆਂ, ਭੇਟਾਵਾਂ ਰੱਖ ਰੱਖ ਅਰਦਾਸਾਂ ਕਰਦੀਆਂ ਹਨ। ਮੈਂ ਕਿੱਡਾ ਪਾਪੀ ਨਿਭਾਗਾ ਹਾਂ ਕਿ ਗਰੀਬ ਨਵਾਜ਼ ਤੁਹਾਨੂੰ ਇੱਥੇ ਸੱਦਿਆ, ਆਪ ਨਾ ਤੁਹਾਡੇ ਕੋਲ ਆਇਆ। ਬਸ ਇਹ ਮਜਬੂਰੀ ਮਹਾਰਾਜ ਲੋਕਾਚਾਰੀ ਹੈ। ਜਦੋਂ ਆਪਾਂ ਪੁੱਤਰ ਦਾ ਵਿਆਹ ਕਰੀਦਾ ਹੈ ਤੇ ਬਰਾਤ ਲੈ ਕੇ ਲੜਕੀ ਵਾਲਿਆਂ ਦੇ ਘਰ ਜਾਣਾ ਪੈਂਦਾ ਹੈ, ਤੋ ਆਪ ਆਏ ਹੋ ਮਹਾਰਾਜ, ਅਨਿਥਾ ਨਰੈਣ ਦਾਸ ਕਦੇ ਵੀ ਇਹੋ ਜਿਹੀ ਜੁਰਤ ਨਾ ਕਰੇ। ਇਹੋ ਜਿਹੇ ਨਿਮਰਤਾ ਭਰੇ ਬਚਨ ਸੁਣੇ। ਫਿਰ ਇਹ ਵੀ ਬੇਨਤੀ ਕੀਤੀ ਕਿ ਹਜ਼ੂਰ ਮਹਾਰਾਜ ਮੈਂ ਗਰੀਬ ਸਿੱਖ ਕੁਝ ਨਹੀਂ ਤੁਹਾਨੂੰ ਦੇਣ ਜੋਗਾ, ਕੋ ਬਹੁਤੀ ਸੇਵਾ ਵੀ ਨਾ ਕਰ ਸਕਿਆ। ਮਹਾਰਾਜਾ ਕੁਝ ਕੁ ਵਸਤੂਆਂ ਲੰਗਰ ਵਾਸਤੇ ਭਾਂਡੇ ਜਾਂ ਥੋੜ੍ਹਾ ਬਹੁਤਾ ਹੀ ਇਹ ਸਰਿਆ ਹੈ। ਸੱਚੇ ਪਾਤਸ਼ਾਹ ਜੀ ਆਖਿਆ, ਨਹੀਂ ਨਰੈਣ ਦਾਸ, ਅਸੀਂ ਪ੍ਰਸੰਨ ਹਾਂ ਤੇਰੀ ਨਿਮਰਤਾ ਵੇਖ ਕੇ। ਤੂੰ ਸੇਵਾ ਵੀ ਬਰਾਤ ਦੀ ਬਹੁਤ ਕੀਤੀ ਤੇ ਬੜਾ ਪ੍ਰੇਮ ਕੀਤਾ, ਹਰੇਕ ਵਸਤੂ ਹਾਜ਼ਰ ਕੀਤੀ, ਪਰ ਫਿਰ ਵੀ ਤੂੰ ਵੇਖ ਵੀ ਮਨ ਵਿੱਚ ਕਿੰਨਾ ਨਿਮਰਤਾ ਰੱਖ ਰਹੇ ਹੈ। ਤੇ ਰਹੀ ਗੱਲ ਵਸਤੂ ਕੋ ਦਾਜ ਦੇਣ ਦੀ, ਤੁਸਾਂ ਆਪਣੀ ਪੁੱਤਰੀ ਦਮੋਦਰੀ ਸਾਡੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਲੜ ਲਾ ਦਿੱਤੀ, ਤੋ ਸਾਨੂੰ ਹੋਰ ਕੀ ਚਾਹੀਏ ਜਿਹਨੇ ਧੀ ਦਿੱਤੀ ਹੈ। ਬਾਕੀ ਕਿਹੜੀ ਵਸਤੂ ਰਹਿ ਗਈ। ਆਪਣੀ ਪੁੱਤਰੀ ਨੂੰ ਕਈ ਵਰੇ ਪਾਲ ਕੇ ਅਗਲੇ ਦੀ ਝੋਲੀ ਵਿੱਚ ਪਾ ਦੇਣ ਵੱਡਾ ਕੋਈ ਦਾਨ ਦਾਜ ਨਹੀਂ। ਤੋ ਪਾਤਸ਼ਾਹ ਨੇ ਬੜਾ ਧੀਰਜ ਹੌਸਲਾ ਦਿੱਤਾ, ਆਖਿਆ ਹੁਣ ਸਾਨੂੰ ਵਿਦਾਇਗੀ ਜਾਂ ਅਸੀਂ ਹੁਣ ਇੱਥੋਂ ਚਾਲਾ ਮਾਰਿਆ ਚਾਹੁੰਦੇ ਹਾਂ। ਸਾਧ ਸੰਗਤ ਜੀ ਡੋਲੀ ਮੰਗਾਈ ਗਈ। ਮਾਤਾ ਦਮੋਦਰੀ ਜੀ ਦੀ ਡੋਲੀ ਤੁਰਨ ਲੱਗਿਆਂ ਭਾਗ ਭਰਾਈ ਮਾਤਾ ਜਾਂ ਭਾਗ ਭਰੀ ਬੜੇ ਪ੍ਰੇਮ ਨਾਲ ਆਪਣੀ ਪੁੱਤਰੀ ਨੂੰ ਮਿਲਦੇ ਹੈ, ਵਾਰ ਵਾਰ ਗਲ ਨਾਲ ਲਾਉਂਦੇ ਹੈ।
ਰਿਸ਼ਤੇਦਾਰ, ਮਾਈਆਂ ਗਲ ਲੱਗ ਲੱਗ ਕੇ ਇਹਨਾਂ ਸਾਰਿਆਂ ਦੇ ਮਾਤਾ ਦਮੋਦਰੀ ਜੀ ਰੋਂਦੇ ਐ। ਸਹੁਰੇ ਪਰਿਵਾਰ ਨੂੰ ਜਾ ਰਹੇ ਪੇਵਕੜੇ ਦਿਨ ਚਾਰ ਹੈ ਸਹੁਰੜੇ ਜਾਣਾ। ਤੋ ਨਾਲ ਬਾਬਾ ਨਰੈਣ ਦਾਸ ਜੀ ਹੁਕਮ ਕਰਦੇ ਆਪਣੀ ਪਤਨੀ ਨੂੰ, ਕਹਿੰਦੇ ਕਿ ਹੁਣ ਬਸ ਕਰੋ ਭਾਈ, ਧੀ ਬਗਾਨਾ ਧਨ ਹੈ। ਤੋ ਜਿਹੜੀ ਸੰਸਾਰ ਦੀ ਵਿਹਾਰ ਮਰਿਆਦਾ ਬਣੀ ਆਈ ਹੈ ਕਿ ਪੁੱਤਰੀ ਹਮੇਸ਼ਾ ਸਹੁਰੇ ਘਰ ਵਿੱਚ ਸ਼ੋਭਾ ਪਾਉਂਦੀ ਹੈ, ਇਹਨਾਂ ਦੀ ਡੋਲੀ ਤੋਰੀ ਜਾਵੇ। ਤੋ ਸਾਧ ਸੰਗਤ ਜੀ ਮਾਤਾ ਦਾਮੋਦਰੀ ਜੀਆਂ ਨੂੰ ਡੋਲੀ ਵਿੱਚ ਫਬਾ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਪਰਿਵਾਰ ਨੂੰ ਮਿਲ ਕੇ ਘੋੜੀ ਤੇ ਚੜ੍ਹ ਕਰਕੇ ਤੁਰੇ। ਨਗਾਰਿਆਂ, ਧੌਂਸਿਆਂ, ਨਿਸ਼ਾਨਾਂ ਦੀ ਛਤਰ ਛਾਇਆ ਹੇਠ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਦੀ ਡੋਲੀ ਗੋਇੰਦਵਾਲ ਸਾਹਿਬ ਨੂੰ ਤੁਰੀ, ਕਿਉਂਕਿ ਰਸਤੇ ਵਿੱਚ ਪੈਂਦਾ ਹੈ। ਸਤਲੁਜ ਦਰਿਆ ਪਾਰ ਕਰਕੇ ਵਾਹਿਗੁਰੂ ਬਿਆਸ ਤੇ ਗੋਇੰਦਵਾਲ ਸਾਹਿਬ ਡੋਲੀ ਪਹੁੰਚੀ ਹੈ। ਬਾਬਾ ਮੋਹਰੀ ਜੀਆਂ ਫਿਰ ਸਾਰੀ ਸੇਵਾ ਸੰਭਾਲ ਸਾਂਭੀ, ਸਾਰਿਆਂ ਨੂੰ ਯਥਾ ਸ਼ਕਤ ਆਸਣ ਦਿੱਤੇ। ਸੰਧਿਆ ਹੋਈ ਔਰ ਬਾਬਾ ਮੋਹਨ ਜੀ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਿਲੇ, ਬੜੇ ਆਸ਼ੀਰਵਾਦ ਲਏ, ਖੁਸ਼ੀਆਂ ਲਈਆਂ। ਰਾਤਰੀ ਨੂੰ ਪ੍ਰਸ਼ਾਦਾ ਪਾਣੀ ਛਕ ਕੇ ਸੰਗਤ ਇਹ ਡੋਲੀ ਆ ਰਹੀ ਜਾਂ ਬਰਾਤ ਨੇ ਕਰਾਤ ਆਉਂਦੀ ਨੇ ਇੱਥੇ ਹੋਰ ਕੱਟੀ ਹੈ। ਅਗਲੇ ਦਿਨ ਤੜਕੇ ਬੌਲੀ ਸਾਹਿਬ ਦਾ ਇਸ਼ਨਾਨ ਪਾਣ ਕੀਤਾ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਤਖਤ ਨੂੰ ਨਮਸਕਾਰ ਕੀਤੀ। ਬਾਬਾ ਮੋਹਨ ਜੀ ਨੂੰ ਬੇਨਤੀ ਕੀਤੀ, ਹੈ ਮਾਮਾ ਜੀ ਤੁਸੀਂ ਨਹੀਂ ਆਏ ਸਾਡੇ ਪੁੱਤਰ ਦੇ ਵਿਆਹ 'ਤੇ, ਚਲੋ ਹੁਣ ਵਿਆਹ ਹੋ ਚੁੱਕਾ ਹੈ ਅਤੇ ਹੁਣ ਜ਼ਰੂਰ ਚਰਨ ਪਾਓ ਆਪ ਜੀ, ਕਿਉਂਕਿ ਜਦੋਂ ਦਾ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਸਥਾਨ ਬਣਿਆ ਤੁਸੀਂ ਇੱਕ ਵਾਰ ਵੀ ਉੱਥੇ ਨਹੀਂ ਆਏ, ਕਿਰਪਾ ਕਰਕੇ ਚਰਨ ਪਾਓ। ਸਤਿਕਾਰ ਦੇ ਨਾਲ ਸਾਧ ਸੰਗਤ ਦੀ ਮਨਾ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਬਾ ਮੋਹਨ ਜੀ ਨੂੰ ਨਾਲ ਲੈ ਕਰਕੇ ਇੱਥੋਂ ਖਡੂਰ ਸਾਹਿਬ ਪਹੁੰਚੇ। ਸੰਗਤ ਨੇ ਪ੍ਰਸ਼ਾਦਾ ਖਡੂਰ ਸਾਹਿਬ ਛਕਿਆ ਤੇ ਬੜੇ ਆਨੰਦ ਦੇ ਨਾਲ ਸ਼ਾਮ ਜੀ ਹੋਈ ਇੱਥੋਂ ਤੇ ਤਰਨ ਤਾਰਨ ਸਾਹਿਬ ਦੇ ਲਾਗੇ ਸੰਗਤ ਪਹੁੰਚ ਗਈ ਸੀ। ਇੱਕ ਰਾਤ ਤਰਨ ਤਾਰਨ ਲੱਗੀ, ਅਜੇ ਵੀ ਉੱਥੇ ਯਾਦਗਾਰ ਬਣੀ ਹੋਈ ਹੈ ਮਹਾਰਾਜ ਦੇ ਬਰਾਤ ਇੱਥੇ ਆਉਣ ਦੀ। ਤਰਨ ਤਾਰਨ ਸਾਹਿਬ ਇੱਥੇ ਸੰਗਤਾਂ ਇਸ਼ਨਾਨ ਪਾਣ ਕੀਤੇ, ਗੱਫਾ ਪਾਣੀ ਛਕਿਆ। ਅੰਮ੍ਰਿਤ ਵੇਲੇ ਤੜਕੇ ਹੀ ਸੰਗਤਾਂ ਇੱਥੋਂ ਤੁਰੀਆਂ, ਬਰਾਤ ਤੁਰੀ ਹੈ। ਅੰਮ੍ਰਿਤਸਰ ਸਾਹਿਬ ਦੇ ਲਾਗੇ ਬਰਾਤ ਆਈ, ਧੌਂਸੇ ਨਗਾਰੇ ਨਿਸ਼ਾਨ ਝੂਲਦੇ ਹੈ। ਧੰਨ ਮਾਤਾ ਗੰਗਾ ਜੀ ਨੂੰ ਅਚਨ ਚੇਤ ਜਦੋਂ ਕੰਨਾਂ ਵਿੱਚ ਬਰਾਤ ਦੇ ਆਉਣ ਦੀ ਆਵਾਜ਼ ਪਈ, ਸੋਝੀ ਹੋਈ, ਪੈਰੀਂ ਜੁੱਤੀ ਨਾ ਪਾਈ, ਸਾਰੀਆਂ ਰਿਸ਼ਤੇਦਾਰੀ ਔਰਤਾਂ ਨੂੰ ਇਕੱਠੀਆਂ ਕਰਕੇ ਤੇ ਦਰਵਾਜ਼ੇ 'ਤੇ ਜਾ ਪਹੁੰਚੇ ਤੇ ਬਰਾਤ ਦਾ ਬੜਾ ਸਵਾਗਤ ਕੀਤਾ। ਹਰਗੋਬਿੰਦ ਸਾਹਿਬ ਮਹਾਰਾਜ ਤੋਂ ਵਾਰੇ ਵਾਰੇ ਸਦਕੇ ਸਦਕੇ ਮਾਂ ਜਾਵੇ, ਇਸ ਤਰ੍ਹਾਂ ਦੇ ਬਚਨ ਕਰਦੇ ਹੋਏ ਆਪਣੀ ਨਵੀਂ ਨੂੰਹ ਰਾਣੀ ਮਾਤਾ ਦਮੋਦਰੀ ਜੀ ਨੂੰ ਨਾਲ ਲੈ ਕਰਕੇ ਹਰਿਮੰਦਰ ਸਾਹਿਬ ਵਿੱਚ ਅਰਦਾਸ ਕਰਵਾਈ। ਬੇਅੰਤ ਮਠਿਆਈ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਹੈ। ਇੱਥੋਂ ਫਿਰ ਸਾਧ ਸੰਗਤ ਜੀ ਜਿਹੜੀ ਹੈ ਆਪਣੇ ਪੁੱਤਰ ਨੂੰਹ ਨੂੰ ਮਾਤਾ ਜੀ ਘਰ ਵਿੱਚ ਲੈ ਕੇ ਆਏ। ਸਭ ਪਾਸੇ ਬੜਾ ਉਤਸ਼ਾਹ ਚਾਅ ਮਨਾਇਆ ਜਾ ਰਿਹਾ ਹੈ। ਬਹੁਤ ਸੁੰਦਰ ਸ਼ੋਭਾ ਮਾਈਆਂ ਇਹ ਗੱਲਾਂ ਕਰਨ ਪਈਆਂ ਕਿ ਇਹੋ ਜਿਹੀ ਜੋੜੀ ਕਦੇ ਵੇਖੀ ਨਹੀਂ, ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਰੂਪ ਤਾਂ ਵਾਕਿਆ ਹੈ ਹੀ ਬਹੁਤ ਸੁੰਦਰ, ਪਰ ਜੇ ਮਾਤਾ ਦਾਮੋਦਰੀ ਜੀ ਵੀ ਵੇਖੀਏ ਤੇ ਇਹਨਾਂ ਦੇ ਸਰੂਪ ਦਾ ਵੀ ਕੋਈ ਸੰਸਾਰ ਤੇ ਸਾਨੀ ਨਹੀਂ। ਪਰਮੇਸ਼ਰ ਨੇ ਬੜੀ ਮਿਹਰਾਮਤ ਕਰਕੇ ਐਸਾ ਸੁਭਾਗ ਜਿਹੜਾ ਬਣਾ ਦਿੱਤਾ, ਸੁਭਾਗੀ ਜੋੜੀ ਆਪ ਬਣਾਈ ਹੋਵੇ। ਇਸ ਤਰ੍ਹਾਂ ਬੜੇ ਚਾਅ ਦੀਆਂ ਗੱਲਾਂ ਉਤਸ਼ਾਹ ਕਰਦੇ ਹੋਏ ਸਾਧ ਸੰਗਤ ਸਾਰਾ ਮੇਲ ਖੁਸ਼ੀਆਂ ਮਨਾਉਂਦਾ ਹੈ। ਤੋ ਅੱਗੇ ਜਿਵੇਂ ਜਿੰਨਾ ਮੇਲ ਹੈ ਉਹ ਸਾਰੇ ਮੇਲ ਨੂੰ ਮਹਾਰਾਜ ਨੇ ਮਾਤਾ ਗੰਗਾ ਜੀਆਂ ਜਿਵੇਂ ਕੱਪੜੇ ਲੀੜਾ ਜੋ ਵੀ ਵਿਹਾਰ ਬਣਿਆ ਦੇ ਦੇ ਕੇ, ਮਿਠਾਈਆਂ ਦੇ ਦੇ ਕੇ ਵਿਦਾ ਕੀਤਾ ਨਾਨਕੇ ਦਾਦਕਿਆਂ ਨੂੰ। ਉਹ ਪ੍ਰਸੰਗ ਜਿਵੇਂ ਆਉਂਦਾ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰਦਿਆਂ ਹੋਇਆਂ ਆਖਣਾ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੰਗਾ ਮੰਗਲ ਸੰਗ ਤਬ। ਤੋ ਸਾਧ ਸੰਗਤ ਜੀ, ਕਵੀ ਸੰਤੋਖ ਸਿੰਘ ਜੀ ਅੱਗੇ ਪ੍ਰਸੰਗ ਤੋਰਦੇ ਲਿਖਦੇ ਹੈ ਕਿ ਜਦੋਂ ਸੁੰਦਰ ਸਾਹਿਬਜ਼ਾਦੇ ਦਾ ਵਿਆਹ ਹੋਇਆ, ਨੂੰਹ ਰਾਣੀ ਘਰ ਵਿੱਚ ਆਈ ਹੈ। ਬੜੇ ਖੁਸ਼ੀਆਂ ਚਾਅ ਦੇ ਨਾਲ ਧੰਨ ਮਾਤਾ ਗੰਗਾ ਜੀ ਕਰਤ ਨਿਛਾਵਰ ਨੰਦ। ਆਪਣੇ ਪੁੱਤਰ ਤੋਂ ਵਾਰ ਨੇ ਬਲਿਹਾਰ ਨੇ ਕਰਦੀ ਹੈ। ਅਪਰ ਸਰਬ ਨੇ ਉਠ ਕਰੀ। ਤੇ ਮਾਤਾ ਦੇ ਸਰਵਾਰ ਨੇ ਕਰਨ ਤੋਂ ਬਾਅਦ ਨੂੰ ਪੁੱਤਰ ਤੋਂ ਹੋਰ ਜਿੰਨੀਆਂ ਕੋ ਰਿਸ਼ਤੇਦਾਰੀਆਂ ਕੋ ਨਾਨਕੇ ਵਾਲੀਆਂ ਮਾਮੀਆਂ ਸਨ, ਕੋਈ ਇੱਧਰੋਂ ਦਾਦਕਿਓਂ ਚਾਚੀਆਂ ਤਾਈਆਂ ਹਰਗੋਬਿੰਦ ਸਾਹਿਬ ਦੇ, ਉਹ ਸਾਰੀਆਂ ਮਾਈਆਂ ਵੀ ਉੱਠ ਕਰਕੇ ਖਰਚਹਿ ਦਰਬ ਬਿਲੰਦ। ਪੈਸਾ ਮਾਇਆ ਖਰਚ ਕੇ ਭਾਵ ਕੋਲੋਂ ਸਿਰਵਾਰ ਨੇ ਕਰ ਕਰਕੇ ਸੁਭਾਗੀ ਜੋੜੀ ਤੋਂ ਤੇ ਗਰੀਬਾਂ ਨੂੰ ਵੰਡ ਰਹੇ ਹਨ। ਚੌਪਈ ਬਿਖਨ ਸਨੂਖਾ ਮੁਖ ਕੋ ਲਾਗੀ। ਸਿਰਵਾਰ ਨੇ ਕਰਕੇ ਮਾਤਾ ਗੰਗਾ ਜੀ ਆਪਣੇ ਪੁੱਤਰ ਤੇ ਪੁੱਤਰ ਦੇ ਜਾਂ ਜਿਹੜੀ ਪਤਨੀ ਜਾਂ ਆਪਣੀ ਨੂੰਹ ਮਾਤਾ ਦਮੋਦਰੀ ਆਪਣੀ ਨੂੰਹ ਰਾਣੀ ਦਾ ਚਿਹਰਾ ਮੁਖ ਵੇਖਣ ਲੱਗੀ ਹੈ। ਹਿਰਦਾ ਆਨੰਦ ਭਰਿਓ ਵੱਡ ਭਾਗੀ। ਤੇ ਵੇਖ ਕੇ ਨਾ ਸੁੰਦਰ ਸਰੂਪ ਆਪਣੀ ਨੂੰਹ ਦਾ, ਮਾਤਾ ਗੰਗਾ ਜੀ ਦਾ ਹਿਰਦਾ ਵੱਡੇ ਭਾਗਾਂ ਵਾਲੀ ਦਾ ਆਨੰਦ ਦੇ ਨਾਲ ਭਰ ਗਿਆ ਹੈ। ਪਾਏ ਓਲ ਮਹਿ ਧਨ ਕੀ ਥਾਤੀ। ਤੇ ਧਨ ਦੀ ਥੈਲੀ ਜੀ ਇੱਕ ਬਣੀ ਹੋਈ ਆਪਣੀ ਨੂੰਹ ਦੀ ਝੋਲੀ ਵਿੱਚ ਸ਼ਗਨ ਪਾ ਦਿੱਤਾ ਹੈ। ਆਵੇ ਲੋਕਤ ਭਈ ਸੀਤਲ ਛਾਤੀ। ਤੇ ਮੁਖ ਵੇਖ ਕੇ ਭਾਵ ਮੂੰਹ ਵਿਖਾਈ ਜਿਹਨੂੰ ਕਹਿ ਦਿੰਦੇ ਆ, ਉਹ ਵੇਖ ਕੇ ਮਾਤਾ ਗੰਗਾ ਜੀ ਨੇ ਤੇ ਇੱਕ ਵੱਡੀ ਥੈਲੀ ਮੋਹਰਾਂ ਦੀ ਮਾਇਆ ਦੀ ਆਪਣੀ ਨੂੰਹ ਦੀ ਝੋਲੀ ਵਿੱਚ ਰੱਖ ਦਿੱਤੀ ਤੇ ਚਿਹਰਾ ਵੇਖ ਕੇ ਠੰਡ ਪੈ ਗਈ ਹੈ। ਪੁਨ ਉਠ ਕਰ ਸਗਰੀ ਦਾਰਾ। ਫਿਰ ਸਾਰੀਆਂ ਨਗਰ ਦੀਆਂ ਮਾਈਆਂ ਨੇ ਉੱਠ ਕਰਕੇ ਜਥਾ ਉਚਿਤ ਚੋਰੀ ਧਨ ਡਾਰਾ। ਸਾਰੀਆਂ ਮਾਈਆਂ ਨੇ ਇਸ ਭਾਗੀ ਜੋੜੀ ਨੂੰ ਸ਼ਗਨ ਪਾਉਣਾ ਕੀਤਾ ਹੈ। ਬਿਖਤ ਬਧੂ ਕੋ ਮੁਖ ਹਰ ਖਾਈ। ਤੇ ਮੁਖ ਵੇਖ ਕੇ ਬਹੂ ਦਾ ਸਾਰੀਆਂ ਮਾਈਆਂ ਬਹੁਤ ਪ੍ਰਸੰਨ ਹੋ ਰਹੀਆਂ, ਖੁਸ਼ ਹੋ ਰਹੀਆਂ ਹਨ। ਕਰਹਿ ਸਰਾਹਣ ਸੁੰਦਰਤਾਈ। ਤੇ ਸੁੰਦਰਤਾ ਦੀ ਸਲਾਹੁਤਾ ਕਰਦੀਆਂ, ਇਹ ਮਾਤਾ ਗੰਗਾ ਸੱਚਮੁੱਚ ਹੀ ਤੇਰੀ ਨੂੰਹ ਰਾਣੀ ਬਹੁਤ ਸੁੰਦਰ ਸਰੂਪ ਵਾਲੀ ਹੈ। ਹੇ ਆਲਸ ਗੰਗਾ ਕੋ ਵੱਡ ਭਾਗਾ। ਤੇ ਨਾਲ ਦੀਆਂ ਨੂੰ ਕਹਿੰਦੀਆਂ, ਹੇ ਸਖੀਓ, ਇਹ ਮੇਰੀਓ ਭੈਣੋ, ਜਿਹੜੀ ਗੰਗਾ ਹੈ, ਗੰਗਾ ਦੇ ਤਾਂ ਬੜੇ ਹੀ ਵੱਡੇ ਭਾਗ ਹਨ। ਜਿਸ ਕੋ ਜਗ ਗੁਰ ਅਹਿ ਸੁਹਾਗਾ। ਵੱਡੇ ਭਾਗ ਇਸ ਲਈ ਵੀ ਵੇਖ ਇਹਨਾਂ ਦਾ ਸੁਹਾਗ ਜਿਹੜਾ ਇਹਨਾਂ ਦਾ ਪਤੀ ਹੈ ਮਾਤਾ ਗੰਗਾ ਦਾ, ਧੰਨ ਗੁਰੂ ਅਰਜਨ ਦੇਵ ਜੀ ਹਨ, ਜਿਹੜੇ ਸਾਰੇ ਸੰਸਾਰ ਦੇ ਗੁਰੂ ਹਨ। ਬਾਹਰ ਪੁੱਤਰ ਜਨ ਚੰਦ ਅਮੰਦੂ। ਤੇ ਦੂਜਾ ਵੱਡਾ ਭਾਗ ਮਾਤਾ ਗੰਗਾ ਦੀਆਂ 5 ਉਂਗਲਾਂ ਘਿਓ ਵਿੱਚ ਪਤੀ ਜਿਹੜਾ ਹੈ ਉਹ ਵੀ ਜਗਤ ਗੁਰੂ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬਜ਼ਾਦੇ ਜਿਹੜੇ, ਉਹ ਤਾਂ ਜਿਵੇਂ ਦੂਜ ਦਾ ਚੰਨ ਹੁੰਦਾ ਹੈ, ਇਸ ਤਰ੍ਹਾਂ ਦੋਸ਼ਾਂ ਔਗਣਾਂ ਤੋਂ ਰਹਿਤ ਹਨ। ਕੋ ਅਸਤਰੀਯ ਪਿਖ ਹਵੈ ਨ ਆਨੰਦੂ। ਕਿਹੜੀ ਇਹੋ ਜਿਹੀ ਇਸਤਰੀ ਹੈ ਜਿਹੜੀ ਹਰਗੋਬਿੰਦ ਸਾਹਿਬ ਦਾ ਸੋਹਣਾ ਸਰੂਪ ਵੇਖ ਕੇ ਮਨ ਵਿੱਚ ਖੁਸ਼ ਨਾ ਹੋਵੇ, ਸਤਿਗੁਰਾਂ ਦਾ ਸਰੂਪ ਵੇਖ ਕੇ ਜਿਹਨੂੰ ਆਨੰਦ ਨਾ ਆਵੇ। ਤੇਹ ਸੁਤ ਸੰਗ ਸਨੂਖਾ ਸੋਹੀ। ਤੇ ਹੁਣ ਰਹੀ ਗੱਲ, ਕਸਰ ਨਿਕਲ ਗਈ ਹੈ, ਨੂੰਹ ਵੀ ਹਰਗੋਬਿੰਦ ਸਾਹਿਬ ਜਿੰਨੀ ਸੋਹਣੀ ਮਾਤਾ ਗੰਗਾ ਨੂੰ ਮਿਲ ਗਈ ਹੈ। ਰਾਮਚੰਦ ਜਨ ਸੀਤਾ ਹੋਹੀ। ਜਿਵੇਂ ਭਗਵਾਨ ਰਾਮਚੰਦਰ ਦੇ ਨਾਲ ਮਾਤਾ ਸੀਤਾ ਸੋਭਾ ਪਾਉਂਦੀ ਸੀ। ਇਹੋ ਜੋਰੀ ਜੀ ਬਹੁ ਚਿਰਕਾਲਾ। ਇਹ ਸੁੰਦਰ ਸੁਭਾਗੀ ਜੋੜੀ ਵਾਸਤੇ ਅਸੀਂ ਅਰਦਾਸ ਕਰਦੇ ਹਾਂ, ਇਹਨਾਂ ਦੋਹਾਂ ਦੀ ਲੰਮੀ ਲੰਮੀ ਉਮਰਾਂ ਹੋਵੇ, ਚਿਰਕਾਲ ਜਿਉਂਦੇ ਰਹਿਣ। ਇੱਕ ਸਮ ਸੁੰਦਰ ਰੂਪ ਵਿਸ਼ਾਲਾ। ਦੋਵਾਂ ਦਾ ਸਰੂਪ ਭਾਈ ਇੱਕੋ ਜਿਹਾ ਸੁੰਦਰ ਹੈ। ਹਰਗੋਬਿੰਦ ਸਾਹਿਬ ਦਮੋਦਰੀ ਤੋਂ ਸੋਹਣੇ ਹੈ ਤੇ ਮਾਤਾ ਦਮੋਦਰੀ ਜੀ ਹਰਗੋਬਿੰਦ ਸਾਹਿਬ ਤੋਂ ਸੁੰਦਰ ਹਨ। ਉਤ ਸਭ ਜਥਾ ਜੋਗ ਕਰ ਗੰਗਾ। ਇਸ ਤਰ੍ਹਾਂ ਸਾਧ ਸੰਗਤ ਜੀ, ਮਾਤਾ ਗੰਗਾ ਜੀ ਖੁਸ਼ ਹੁੰਦੇ ਆ ਆਪਣੇ ਪੁੱਤਰ ਦੀ ਨੂੰਹ ਦੀ ਸੋਭਾ ਸੁਣ ਕੇ, ਤੇ ਬੜਾ ਮਨ ਵਿੱਚ ਚਾਅ ਹੈ ਤੇ ਸਾਰਾ ਉਤਸ਼ਾਹ, ਬਹੁਤ ਪ੍ਰੇਮ ਸਾਰੀ ਸੰਗਤ ਨੂੰ ਮਾਈ ਕੀਤਾ ਹੈ। ਸਭ ਕੋ ਸਨਮਾਨਿਤ ਹਿਤ ਸੰਗਾ। ਤੇ ਬੜੇ ਪ੍ਰੇਮ ਨਾਲ ਸਿਆਣੇ ਮਾਤਾ ਗੰਗਾ ਜੀਆਂ ਸਾਰਿਆਂ ਦਾ ਬੜਾ ਸਤਿਕਾਰ ਕੀਤਾ,
ਘਰ ਵਿੱਚ ਆਏ ਮੇਲ ਦਾ। ਨਾਨਾ ਭੰਤਿਨ ਬਨਿਓ ਆਹਾਰਾ। ਘਰ ਵਿੱਚ ਬੜੇ ਤਰ੍ਹਾਂ ਦਾ ਆਹਾਰ 36 ਪ੍ਰਕਾਰ ਦੇ ਭੋਜਨ ਮਠਿਆਈਆਂ ਜੋ ਬਣੀਆਂ ਹਨ। ਸੂਖਮ ਚਾਵਰ ਦਾਨ ਪ੍ਰਕਾਰਾ। ਹਾਂ, ਸੂਖਮ ਬਰੀਕ ਬਾਸਮਤੀ ਚੌਲ ਬਣੇ ਹੋਏ ਹੈ ਦੋਵਾਂ ਤਰ੍ਹਾਂ ਦੇ। ਮਧੁਰ ਸਲਵਣ ਸੋ ਮੇਵਾ ਡਾਲੇ। ਦੋ ਤਰ੍ਹਾਂ ਦੇ ਚੌਲ ਭਾਵ ਮਿੱਠੇ ਤੇ ਨਮਕੀਨ ਜਿਹੜੇ ਚੌਲ ਬਣਾਏ ਹੋਏ ਮਾਤਾ ਨੇ ਲੰਗਰ ਵਿੱਚ ਸੰਗਤਾਂ ਵਾਸਤੇ 36 ਪ੍ਰਕਾਰ ਦੇ ਹੋਰ ਵੀ ਭੋਜਨ ਬਣੇ ਤੇ ਬੜੇ ਮੇਵੇ ਕਾਜੂ ਬਾਦਾਮ ਗਿਰੀਆਂ ਪਾਈਆਂ ਹਨ। ਗਰੀ ਬਦਾਮਣ ਛੀਲ ਵਿਸਾਲੇ। ਛਿੱਲ ਕੇ ਬਦਾਮ ਤੇ ਹੋਰ ਗਿਰੀਆਂ ਬਹੁਤ ਮਾਤਰਾ ਵਿੱਚ ਚੌਲਾਂ ਵਿੱਚ ਪਾ ਕਰਕੇ ਪਿਸਤਾ ਸਵਾਦ ਸਾਵਗੀ ਪਾਏ। ਤੇ ਸਾਵਗੀ ਬਣਾਈ ਜਿਹਦੇ ਵਿੱਚ ਪਿਸਤਾ ਬਦਾਮ ਜਿਹੜੇ ਆਦਿਕ ਪਾਏ ਸਵਾਦ ਦੇ ਸਹਿਤ। ਪੂਰੀ ਕਰ ਕਚੌਰ ਸਮੁਦਾਏ। ਤੇ ਘਿਓ ਦੇ ਵਿੱਚ ਪੂੜੀਆਂ ਤਲੀਆਂ ਦੇਸੀ ਵਿੱਚ ਹੋਰ ਕਚੌਰੀਆਂ ਆਦਿਕ ਵੀ ਬਣਾਈਆਂ ਹਨ। ਬਰੇ ਪਕੌੜੇ ਦਦ ਮਹਿ ਡਾਲੇ। ਦਹੀਂ ਬਣਾ ਕੇ ਉਹਦੇ ਵਿੱਚ ਵੱਡੇ ਪਕੌੜੇ ਬਣਾ ਕੇ ਵੇਸਣ ਆਦਿਕ ਦੇ ਪਾਏ ਹੋਏ ਹਨ। ਧਨੀਆ ਮਿਰਚ ਅਨੇਕ ਮਸਾਲੇ। ਅਨੇਕਾਂ ਤਰ੍ਹਾਂ ਦੇ ਮਸਾਲੇ ਧਨੀਆ ਮਿਰਚਾਂ ਆਦਿਕ ਪਾਈਆਂ ਹਨ। ਨਰ ਨਾਰਨ ਕੋ ਰੁਚਿਰ ਆਹਾਰਾ। ਤੇ ਸਾਰਿਆਂ ਨਰ ਇਸਤਰੀਆਂ ਨੂੰ ਬੜਾ ਸੁੰਦਰ ਜਿਹੜਾ ਪ੍ਰਸ਼ਾਦਾ 36 ਪ੍ਰਕਾਰ ਦੇ ਭੋਜਨ ਸੋਹਣੇ ਬਣਾ ਕੇ ਛਕਾਏ ਹਨ। ਸਾਦਰ ਕਹਿ ਸਭਨ ਖੁਆਰਾ। ਬੜੇ ਆਦਰ ਦੇ ਨਾਲ ਆਓ ਭੈਣੋ ਬੈਠੋ। ਸਾਰਿਆਂ ਨੂੰ ਪ੍ਰੇਮ ਦੇ ਸਹਿਤ ਮਾਤਾ ਗੰਗਾ ਜੀ ਨੇ ਪ੍ਰਸ਼ਾਦਾ ਪਾਣੀ ਛਕਾਇਆ ਹੈ। ਤ੍ਰਿਪਤ ਹੋਏ ਪੀ ਚਾਹਤ ਖਾਇਓ। ਤੋ ਇੰਨਾ ਸਵਾਦਿਸ਼ਟ ਭੋਜਨ ਬਣਿਆ ਹੈ। ਕਵੀ ਜੀ ਕਹਿੰਦੇ ਰੱਜ ਗਏ ਸਾਰੇ ਪਰ ਅੱਖਾਂ ਨਹੀਂ ਰੱਜਦੀਆਂ, ਪੇਟ ਭਰ ਗਏ ਅੱਖਾਂ ਨਹੀਂ ਰੱਜਦੀਆਂ, ਰੱਜਿਆਂ ਹੋਇਆਂ ਵੀ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਹੈ। ਮਨ ਕਰਦਾ ਹੋਰ ਖਾਂਦੇ ਰਹੀਏ। ਅਸਨ ਸੋ ਆਸ ਸਵਾਦਲ ਮਨ ਪਾਇਓ। ਇਹੋ ਜਿਹਾ ਸੁੰਦਰ ਭੋਜਨ ਸਾਰਿਆਂ ਦੇ ਮਨ ਨੂੰ ਬੜਾ ਪਾਇਆ। ਸਭ ਮਾਤਾ ਗੰਗਾ ਜੀ ਦੀਆਂ ਸਲੌਤਾਂ ਕਰਦੇ ਆ ਵੀ ਇੰਨਾ ਸੋਹਣਾ ਪ੍ਰਸ਼ਾਦਾ ਪਾਣੀ ਮਾਤਾ ਜੀਆਂ ਤਿਆਰ ਕੀਤਾ, ਛੱਡਣ ਨੂੰ ਦਿਲ ਨਹੀਂ ਕਰਦਾ, ਪੇਟ ਭਰ ਗਏ ਅੱਖਾਂ ਨਹੀਂ ਰੱਜਦੀਆਂ ਹਨ। ਸਭ ਕੇ ਵਾਹਨ ਕੋ ਦੇ ਦਾਨਾ। ਫਿਰ ਸਾਧ ਸੰਗਤ ਜੀ ਗੁਰੂ ਘਰ ਵੱਲੋਂ ਨਾ ਜਿਹੜੇ ਕੋਈ ਰਿਸ਼ਤੇਦਾਰ ਆਏ ਉਹਨਾਂ ਦੇ ਜਿਹੜੇ ਵਾਹਣ ਜਿਵੇਂ ਕੋਈ ਆ ਬਲਦ ਸਨ ਘੋੜੇ ਆਏ ਉਹਨਾਂ ਸਾਰਿਆਂ ਨੂੰ ਦਾਣਾ ਫੱਕਾ ਦਿੱਤਾ ਗਿਆ ਹੈ। ਤ੍ਰਿਣ ਗਨ ਦਈ ਨਿਹਾਰੀ ਖਾਨਾ। ਤੇ ਜਿੰਨੇ ਕੋਈ ਆ ਕੱਖ ਪੱਠਾ ਸਾਰਾ ਦਿੱਤਾ ਤੇ ਸਾਰੇ ਬਲਦ ਕੋ ਘੋੜੇ ਇਹਨਾਂ ਨੂੰ ਵੀ ਵੇਖ ਕੇ ਜਥਾ ਬਣਦਾ ਸੀ ਕੋਈ ਆ ਛੋਲੇ ਆਦਿਕ ਸਾਰਾ ਖਾਣ ਨੂੰ ਦਿੱਤਾ ਗਿਆ ਹੈ। ਦਾਸ ਅਨੇਕ ਅਰ ਸਗਲ ਮਸੰਦ। ਜਿੰਨੇ ਦਾਸ ਹੈ ਗੁਰੂ ਘਰ ਦੇ ਸਾਰੇ ਮਸੰਦ ਜਿੰਨੇ ਸਿੱਖ ਹਨ। ਸਭ ਕੀ ਸੇਵਾ ਕਰਹਿ ਬਿਲੰਦ। ਇਹ ਘਰ ਦੇ ਸਿੱਖ ਸੇਵਕ ਮਹਾਰਾਜ ਦੇ ਘਰ ਵਿੱਚ ਮਸੰਦ ਰਹਿੰਦੇ ਜਿਹੜੇ ਸਾਰੇ ਬੜੀ ਆਈ ਸੰਗਤ ਦੀ ਮੇਲ ਦੀ ਸੇਵਾ ਕਰਦੇ ਹਨ। ਜੋ ਜਿਸ ਚਾਹੇ ਦਈ ਤਿਹ ਸੋਈ। ਜਿਹੜੀ ਕੋਈ ਵਸਤੂ ਕਿਸੇ ਨੂੰ ਚਾਹੀਦੀ ਸੀ ਨਾ ਉਹੀ ਵਸਤੂ ਖਾਣ ਵਾਸਤੇ ਪਹਿਨਣ ਵਾਸਤੇ ਗੁਰੂ ਘਰੋਂ ਦਿੱਤੀ ਹੈ। ਹਿਰਦੇ ਕਾਮ ਪੂਰਤ ਸਭ ਕੋਈ। ਤੇ ਸਾਰਿਆਂ ਦੇ ਮਨ ਦੀਆਂ ਕਾਮਨਾਵਾਂ ਇੱਛਾਵਾਂ ਵੀ ਮੈਂ ਆਹ ਨਹੀਂ ਖਾਣਾ ਤੇ ਆਹ ਖਾਣਾ ਜੋ ਕਿਸੇ ਨੇ ਮੰਗਿਆ ਗੁਰੂ ਪਾਤਸ਼ਾਹ ਮਹਾਰਾਜ ਦੇ ਘਰ ਵੱਲੋਂ ਹੀ ਹਾਜ਼ਰ ਕੀਤਾ ਗਿਆ ਹੈ। ਖਾਨ ਪਾਨ ਸਨਮਾਨ ਮਹਾਨਾ। ਖਾਣ ਪੀਣ ਦੇ ਵਿੱਚ ਵੀ ਬੜਾ ਮਹਾਨ ਸੰਗਤ ਦਾ ਸਤਿਕਾਰ ਕੀਤਾ ਵੀ ਕੋਈ ਮਿੱਠਾ ਨਹੀਂ ਖਾਣ ਵਾਲਾ ਨੂੰ ਨਮਕੀਨ ਵਸਤੂਆਂ ਬਣਾ ਕੇ ਦਿੱਤੀਆਂ, ਜੇ ਕੋਈ ਨਮਕੀਨ ਨਹੀਂ ਖਾਣ ਵਾਲਾ ਨੂੰ ਮਿੱਠਾ ਕੋਈ ਜੈਸਾ ਕੋਈ ਮੰਗਦਾ ਵੈਸਾ ਹੀ ਮਾਤਾ ਗੰਗਾ ਜੀ ਨੇ ਤਿਆਰ ਕਰਵਾ ਕੇ ਸਾਰੀ ਸੰਗਤ ਦਾ ਸਤਿਕਾਰ ਕੀਤਾ। ਬੜਾ ਸ਼ਰਧਾ ਨਾਲ ਪ੍ਰਸ਼ਾਦਾ ਛਕਾਇਆ ਹੈ। ਪਰੀ ਰਹਿਨ ਸੁਪਤੇ ਨਿਜ ਥਾਨਾ। ਰਾਤ ਪੈ ਗਈ ਸਾਧ ਸੰਗਤ ਜੀ ਆਪੋ ਆਪਣੇ ਥਾਂ ਤੇ ਸਾਰੇ ਵਿਰਾਜ ਗਏ ਹਨ। ਸ਼੍ਰੀ ਅਰਜਨ ਸੁਧ ਸਭ ਕੀ ਸੁਨ ਕੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੇ ਵਿੜਕ ਰੱਖੀ ਹੈ ਵੀ ਕੀ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਮਿਲਿਆ, ਕਿਉਂਕਿ ਇਕੱਠ ਬਹੁਤ ਹੈ। ਮਹਾਰਾਜ ਨੇ ਫਿਕਰ ਦੇ ਨਾਲ ਐਨ ਸਾਰਿਆਂ ਦੇ ਬਾਬਤ ਜਦੋਂ ਸੁਣਿਆ ਵੀ ਹੁਣ ਸਾਰੀ ਸੰਗਤ ਛੱਕ ਕੇ ਸੌਂ ਗਈ ਹੈ, ਕਿਸੇ ਬਿਸਤਰੇ ਦੀ ਕਿਸੇ ਹੋਰ ਪ੍ਰਸ਼ਾਦੇ ਗੱਫੇ ਦੀ ਘਾਟ ਨਹੀਂ ਆਈ ਹੈ। ਭਈ ਸੇਵ ਤ੍ਰਿਪਤੇ ਗਨ ਗੁਣ ਕੈ। ਤੇ ਜਾਣ ਲਿਆ ਮਹਾਰਾਜ ਨੇ ਵੀ ਬੜੀ ਸੇਵਾ ਹੋ ਗਈ ਹੈ ਸਾਰੀ ਸੰਗਤ ਦੀ, ਤੇ ਸੇਵਾ ਹੋਈ ਪ੍ਰਸ਼ਾਦਾ ਪਾਣੀ ਛਕ ਕੇ ਸਾਰੀ ਸੰਗਤ ਰੱਜ ਗਈ ਹੈ। ਸੁਪਤੇ ਸਭ ਹਿਨ ਤੇ ਪਛਚਾਤੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਰੀ ਸੰਗਤ ਦੇ ਸੌਣ ਤੋਂ ਬਾਅਦ ਵੇਖ ਲਿਆ ਵੀ ਸੰਗਤ ਹੁਣ ਬਿਲਕੁਲ ਆਰਾਮ ਨਾਲ ਛਕ ਕੇ ਵਿਰਾਜ ਗਈ ਹੈ।
ਕੋਈ ਚੀਜ਼ ਦੀ ਘਾਟ ਨਹੀਂ ਆਈ। ਸਾਰਿਆਂ ਤੋਂ ਪਿੱਛੋਂ ਪਾਤਸ਼ਾਹ ਜੀ ਬਰਾਜੇ ਹਨ। ਤਿਮ ਅੰਤਰ ਗੰਗਾ ਹਰ ਖਾਤੀ। ਤੇ ਗੁਰੂ ਕੇ ਮਹਿਲ ਦੇ ਵਿੱਚ ਧੰਨ ਮਾਤਾ ਗੰਗਾ ਜੀ ਅਜੇ ਸੁੱਤੇ ਨਹੀਂ, ਬੜੇ ਖੁਸ਼ ਹੋ ਰਹੇ ਹਨ। ਦਾਸੀ ਗਨ ਕੋ ਪ੍ਰੇਰਨ ਕਰਤੀ। ਤੇ ਸਾਰੀਆਂ ਦਾਸੀਆਂ ਨੂੰ ਪ੍ਰੇਰਨਾ ਕਰ ਕਰਕੇ ਕਹਿ ਕੇ ਆਖ ਕੇ ਖਾਨ ਪਾਨ ਸਭ ਕੀ ਸੁਧ ਧਰਤੀ। ਵੀ ਖਾਣ ਪੀਣ ਦੀ ਖਬਰ ਰੱਖਦੇ ਮਾਤਾ ਗੰਗਾ ਜੀ ਕਿ ਹੇ ਦਾਸੀਓ, ਜਾਓ ਵੇਖੋ ਭਾਈ ਨਾਨਕਿਆਂ ਨੂੰ ਕੋ ਮਿਲਿਆ ਪ੍ਰਸ਼ਾਦਾ ਜਾਂ ਕਿਸੇ ਨੂੰ ਰਾਤ ਨੂੰ ਕੋ ਦੁੱਧ ਗਰਮ ਦੀ, ਬੱਚੇ ਛੋਟੇ ਆ। ਸਾਰੀ ਸੰਗਤ ਦੇ ਵਾਸਤੇ ਮਾਤਾ ਗੰਗਾ ਜੀ ਫਿਕਰ ਕਰਦੇ ਹੋਏ ਦਾਸੀਆਂ ਨੂੰ ਭੇਜਦੇ ਵੀ ਸਾਰੇ ਜਿੱਥੇ ਜਿੱਥੇ ਸੰਗਤ ਸੁੱਤੀ ਹੈ ਨਾ, ਪਤਾ ਕਰੋ ਵੀ ਕਿਸੇ ਨੂੰ ਕਿਸੇ ਬਿਸਤਰੇ ਦੀ, ਕਿਸੇ ਨੂੰ ਕੋਈ ਦੁੱਧ ਦੀ, ਬੱਚੇ ਛੋਟੇ ਹੁੰਦੇ ਆ, ਕਿਸੇ ਵੀ ਵਸਤੂ ਦੀ ਘਾਟ ਹੋਵੇ ਤੇ ਦੱਸੋ, ਹੁਣੇ ਆਪਾਂ ਜਿਹੜਾ ਵਾ ਪੂਰੀ ਕਰੀਏ। ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਸਾਰਿਆਂ ਦਾ ਬੜਾ ਸਤਿਕਾਰ ਪ੍ਰੇਮ ਕੀਤਾ ਹੈ। ਬਹੁ ਸਨੇਹ ਤੇ ਨੁਖਾ ਬਿਠਾਵਹਿ। ਜਦੋਂ ਸਾਰੀ ਸੰਗਤ ਬਰਾਜੀ ਹੈ ਤਾਂ ਆਪਣੀ ਨੂੰਹ ਨੂੰ ਆਪਣੇ ਪਾਸ ਬੜੇ ਪ੍ਰੇਮ ਨਾਲ ਬਿਠਾ ਲਿਆ ਹੈ। ਕਹਿ ਬਰ ਭੋਜਨ ਕੋ ਖਵਾਵਹਿ। ਤੇ ਕਹਿ ਕੇ ਮਾਤਾ ਗੰਗਾ ਜੀਆਂ, ਕਿਉਂਕਿ ਘਰ ਓਪਰਾ ਕਰਕੇ ਮਾਤਾ ਦਮੋਦਰੀ ਜੀ ਛਕਣ ਨੂੰ ਨਹੀਂ ਕੋਈ ਦਿਲ ਕਰ ਰਿਹਾ ਸੀ, ਪਰ ਮਾਤਾ ਗੰਗਾ ਜੀਆਂ ਕਹਿ ਕੇ ਕਿਹੇ ਪੁੱਤਰੀ ਵੇਖ ਵੀ ਭਾਗ ਭਰੀ ਤੇਰੀ ਮਾਤਾ ਹੈ, ਪਰ ਹੁਣ ਇੱਥੇ ਮੈਂ ਹੀ ਤੇਰੀ ਮਾਂ ਆ ਤੇ ਚਿੰਤਾ ਕਿਸੇ ਗੱਲ ਦੀ ਨਹੀਂ, ਮੈਨੂੰ ਆਪਣੀ ਮਾਂ ਸਮਝਣਾ। ਮਾਤਾ ਗੰਗਾ ਜੀਆਂ ਬੜਾ ਪ੍ਰੇਮ ਕੀਤਾ ਨੂੰਹ ਰਾਣੀ ਦੇ ਨਾਲ, ਔਰ ਕਹਿ ਕੇ ਬੜਾ ਸੁੰਦਰ ਪ੍ਰਸ਼ਾਦਾ ਪਾਣੀ ਛਕਾਉਣਾ ਕੀਤਾ ਹੈ। ਪੁਨ ਆਪਣੇ ਢਿਗ ਸਹਿਜਾ ਸੁੰਦਰ। ਤੇ ਆਪਦੇ ਨਾਲ ਹੀ ਮਾਤਾ ਗੰਗਾ ਜੀਆਂ ਵੀ ਜੀ ਲੱਗ ਜਾਵੇ, ਮਾਤਾ ਦਮੋਦਰੀ ਜੀ ਦਾ ਸੋਹਣਾ ਆਸਣ ਵਿਛਾਇਆ ਹੈ। ਕਰੀ ਦਸਾਵਣ ਅੰਦਰ ਮੰਦਰ। ਘਰ ਦੇ ਅੰਦਰ ਮੰਦਰ ਦੇ ਵਿੱਚ ਆਪਣੇ ਮਹਿਲਾਂ ਦੇ ਅੰਦਰ ਲੈ ਕਰ ਨਿਕਟ ਆਪ ਤਬ ਸੋਈ। ਹਾਂ, ਮਾਤਾ ਗੰਗਾ ਜੀ ਧੰਨ ਮਾਤਾ ਦਮੋਦਰੀ ਜੀ ਨੂੰ ਪਾਸ ਵਿਛਾਉਣਾ ਸੋਹਣਾ ਆਸਣ ਸਿੰਘਾਸਨ ਪਲੰਘਾ ਵਿਛਾ ਕਰਕੇ ਬਰਾਜ ਗਏ ਹਨ। ਨੁਖਾ ਬਿਲੋਕਤ ਹਰਖਤ ਹੋਈ। ਤੇ ਆਪਣੀ ਨੂੰਹ ਨੂੰ ਵੇਖ ਕੇ ਮਾਤਾ ਗੰਗਾ ਜੀ ਦਾ ਹਿਰਦਾ ਬਾਗੋ ਬਾਗ ਆਨੰਦ ਸਹਿਤ ਹੋ ਰਿਹਾ ਹੈ। ਹਰ ਗੋਬਿੰਦ ਬਰ ਇੰਦ ਮਨਿੰਦਾ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਸ਼੍ਰੇਸ਼ਟ, ਜਿਹੜੇ ਚੰਦਰਮਾ ਦੇ ਵਰਗੇ ਹਨ, ਜਿਨ੍ਹਾਂ ਦਾ ਮੁਖਾਰ ਬਿੰਦ ਚੰਦਰਮਾ ਦੇ ਵਰਗਾ ਜਾਨਣਾ ਕਰੋ। ਪਿਤ ਸਮੀਪ ਪੌਢੇ ਸੁਖ ਕੰਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਸ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਰਾਜੇ ਹੈ, ਜਿੱਥੇ ਸਤ ਸੰਗਤ ਜੀ ਕੋਠਾ ਸਾਹਿਬ ਦਾ ਸਥਾਨ ਹੈ। ਸੱਚੇ ਪਾਤਸ਼ਾਹ ਜੀ ਇੱਥੇ ਬਰਾਜਦੇ ਸਨ, ਗੁਰੂ ਅਰਜਨ ਦੇਵ ਸਾਹਿਬ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਿਤਾ ਪਾਸ ਜਾ ਬਿਰਾਜੇ ਹਨ। ਮਹਾਦੇਵ ਨਿਜ ਘਰੋਂ ਸਿਧਾਰਾ। ਤੇ ਬਾਬਾ ਮਹਾਦੇਵ ਜੀ ਆਪਣੇ ਘਰ ਨੂੰ ਚਲਾ ਗਏ, ਵੱਡੇ ਭਰਾਤਾ ਸਤਿਗੁਰਾਂ ਦੇ। ਸਭ ਕੁਟੰਬ ਹਿਤ ਪਠਿਓ ਆਹਾਰਾ। ਸਾਰੇ ਪਰਿਵਾਰ ਵਾਸਤੇ ਮਾਤਾ ਗੰਗਾ ਜੀਆਂ ਘਰਾਂ 'ਚ ਵੀ ਰਾਤ ਪ੍ਰਸ਼ਾਦਾ ਭੇਜਿਆ, ਵੀ ਜੇ ਕੋਈ ਨਹੀਂ ਆਇਆ ਬਜ਼ੁਰਗ ਆਦਿਕ, ਉਹਨਾਂ ਵਾਸਤੇ ਸ਼ਰੀਕੇ ਕਬੀਲੇ ਵਿੱਚ ਰਾਤ ਦਾ ਪ੍ਰਸ਼ਾਦਾ ਮਾਤਾ ਜੀ ਨੇ ਘਰਾਂ ਵਿੱਚ ਭਿਜਵਾ ਦਿੱਤਾ ਹੈ। ਮੋਹਣ ਅਪਰ ਮੋਹਰੀ ਦਾਤੂ। ਸਤਿਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਮੋਹਣ ਜੀ ਵੱਡੇ ਤੇ ਛੋਟੇ ਬਾਬਾ ਮੋਹਰੀ ਜੀ, ਗੁਰੂ ਅੰਗਦ ਦੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਦਾਤੂ ਜੀ। ਖਾਨ ਪਾਨ ਸੁਪਤੇ ਹਰ ਖਾਤੂ। ਖੁਸ਼ੀ ਨਾਲ ਆਪਸ ਵਿੱਚ ਗੱਲਾਂ ਕਰਦੇ ਬਜ਼ੁਰਗੇ ਤਿੰਨੇ, ਤੇ ਗੱਲਾਂ ਬਾਤਾਂ ਕਰਦੇ ਹੋਏ ਛਕ ਛਕਾ ਕੇ ਪ੍ਰਸ਼ਾਦਾ ਬਰਾਜ ਗਏ ਹਨ। ਅਪਰ ਸਿੱਖ ਸੰਗਤ ਨਰ ਨਾਰੀ। ਹੋਰ ਸਾਧ ਸੰਗਤ ਜੀ ਜਿੰਨੀ ਆਈ ਹੋਈ ਸੰਗਤ ਹੈ, ਕੋਈ ਜਿੰਨਾ ਮੇਲ ਆਇਆ ਹੈ, ਬ੍ਰਿੰਦ ਮਸੰਦ ਕਰਤ ਜੇਕਾਰੀ। ਉਹ ਜਿੰਨੇ ਕੋ ਪਸੰਦ ਹੈ ਗੁਰੂ ਘਰ ਦੇ ਜਿਹੜੇ ਇੱਥੇ ਸੇਵਾ ਕਰਨ ਵਾਲੇ ਹਨ। ਦਾਸੀ ਦਾਸ ਸਭਨ ਸੁਖ ਪਾਏ। ਸਾਰੇ ਦਾਸੀਆਂ ਦਾਸਾਂ ਨੇ ਬੜੇ ਸੁਖ ਪ੍ਰਾਪਤ ਕੀਤੇ ਸਤਿਗੁਰਾਂ ਦੇ ਘਰ ਦੇ ਅੰਦਰ, ਸਾਰੇ ਹੀ ਵਿਰਾਜ ਗਏ ਹਨ। ਨਿਜ ਨਿਜ ਥਾਨ ਸਕਲ ਸੁਪਤਾਏ। ਜਿੱਥੇ ਜਿੱਥੇ ਕੋ ਤੰਬੂ ਲੱਗੇ ਐ, ਜਿੱਥੇ ਜਿੱਥੇ ਕਿਸੇ ਨੂੰ ਆਸਣ ਮਿਲੇ ਦਿੱਤੇ, ਸਾਰੀ ਸੰਗਤ ਮਸੰਦ ਗੁਰੂ ਘਰ ਦੇ ਸੇਵਕ ਦਾਸ ਦਾਸੀਆਂ ਸਭ ਆਪੋ ਆਪਣੇ ਆਸਣਾਂ ਤੇ ਜਾ ਸੁੱਤੇ ਹਨ। ਜਾਮ ਜਾਮਨੀ ਜਾਗੇ ਨਾਥ। ਇੱਕ ਪਹਿਰ ਜਾਂ ਸਵਾ ਪਹਿਰ ਰਾਤ ਰਹਿ ਗਈ ਨਾ, ਜਦੋਂ ਬਾਕੀ ਦਿਨ ਚੜ੍ਹਨ ਵਿੱਚ,
ਤੇ ਜਗ ਦੇ ਸੁਆਮੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਾਗੇ ਹਨ। ਮੋਹਣ ਮਾਤੁਲ ਲੀਨ ਸਸਾਥ ਤੇ ਬਾਬਾ ਮੋਹਣ ਜੀ ਬ੍ਰਹਮ ਗਿਆਨੀ ਮਾਮਾ ਸ਼੍ਰੀ ਨੂੰ ਨਾਲ ਲੈ ਕਰਕੇ ਸੌਚਾਚਾਰ ਕਰੇ ਵਿਧ ਸਾਰੀ ਬੜੀ ਵਿਧੀ ਨਾਲ, ਜਿਵੇਂ ਉਹ ਸੌਚਾਚਾਰ ਦੀ ਕਿਰਿਆ, ਮਲਮੂਤ ਦੀ ਕਿਰਿਆ, ਸੁਚਮਤਾਈ ਦੀ ਕਿਰਿਆ, ਦਾਤਨ ਕੁਰਲਾ ਕੀਤਾ ਹੈ। ਪ੍ਰਥਮ ਨਹਾਏ ਕੂਪ ਕੇ ਬਾਰੀ ਤੇ ਫਿਰ ਜਿਹੜਾ ਖੂਹ ਲੱਗੇ ਹੋਏ ਸੀ ਨਾ ਪ੍ਰਕਰਮਾਂ ਵਿੱਚ, ਹੁਣ ਟੂਟੀਆਂ ਲੱਗੀਆਂ, ਜਿਵੇਂ ਉਹ ਖੂਹ ਦੇ ਜਲ ਦੇ ਨਾਲ ਇਸ਼ਨਾਨ ਪਾਣੀ ਕੀਤਾ ਹੈ। ਸੁਧਾ ਸਰੋਵਰ ਜਾਏ ਇਸ਼ਨਾਨੇ ਤੇ ਉਸ ਤੋਂ ਬਾਅਦ ਅੰਮ੍ਰਿਤ ਸਰੋਵਰ ਦੇ ਵਿੱਚ ਫੇਰ ਇਸ਼ਨਾਨ ਕੀਤਾ ਹੈ। ਪੁਨ ਪਹੁੰਚੇ ਹਰ ਮੰਦਿਰ ਥਾਨੇ ਫਿਰ ਹਰਿਮੰਦਰ ਸਾਹਿਬ ਦੇ ਪਵਿੱਤਰ ਅਸਥਾਨ ਸੱਚਖੰਡ ਵਿੱਚ ਸਾਰੇ ਸਿੱਖ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਧੰਨ ਬਾਬਾ ਮੋਹਣ ਜੀ, ਇਹ ਸਭ ਗਏ ਹਨ। ਬੈਠਤ ਭਏ ਸੋ ਸਭਾ ਸੁਧਾਰ ਬੜੀ ਸਭਾ ਲਾ ਕਰਕੇ ਸੱਚੇ ਪਾਤਸ਼ਾਹ ਜੀ ਦਿਨ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਪਾਣ ਕਰਕੇ ਹਰਿਮੰਦਰ ਸਾਹਿਬ ਵਿੱਚ ਸੱਜ ਬੈਠੇ ਹਨ। ਗਾਵਣ ਲੱਗੇ ਸੁਆਸਾ ਵਾਰ ਰਾਗੀ ਸਿੱਖ ਸੰਤਾਂ ਸਮੇਤ, ਸਾਧ ਸੰਗੀ ਛਕਿਆਂ ਸਮੇਤ ਆਸਾ ਦੀ ਵਾਰ ਗਾਉਣ ਲੱਗ ਪਏ। ਬ੍ਰਿਧ ਜੁਤ ਆਏ ਗਇਓ ਗੁਰਦਾਸ ਇੰਨੇ ਨੂੰ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਇਸ਼ਨਾਨ ਪਾਣ ਕਰਕੇ ਹਰਿਮੰਦਰ ਸਾਹਿਬ ਪਹੁੰਚ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਨਾਲ ਹਨ। ਬੈਠੇ ਬ੍ਰਿੰਦ ਮਸੰਦੈ ਪਾਸ ਤੇ ਜਿੰਨੇ ਗੁਰੂ ਘਰ ਦੇ ਮਸੰਦ ਹਨ ਸਭ ਮਹਾਰਾਜ ਦੇ ਪਾਸ ਹਰਿਮੰਦਰ ਸਾਹਿਬ ਬੈਠੇ ਆ। ਉਮਰ ਸਾਹੋ ਭਾਈ ਕਲਿਆਣ ਭਾਈ ਕੇ ਡਰੌਲੀ ਵਾਲਾ ਭਾਈ ਉਮਰ ਸ਼ਾਹ ਸਿੱਖ ਵੀ ਬੈਠਾ ਹੈ ਤੇ ਮਹਾਂਪੁਰਖ ਬਾਬਾ ਕਲਿਆਣਾ ਜੀ ਵੀ ਬੈਠੇ ਹਨ। ਬਹੁ ਸਿੱਖ ਕਰਹਿ ਦਰਸ ਕੋ ਆਨ ਬੜੀ ਸੰਗਤ ਤੜਕੇ ਹੀ ਆਉਣ ਲੱਗ ਗਈ, ਹਰਿਮੰਦਰ ਸਾਹਿਬ ਲੱਗ ਜਾਂਦੀ ਹੈ। ਹੁਣ ਵੀ ਵੇਖੋ ਤੋ ਵੱਡੇ ਹੀ ਤੜਕੇ ਸੰਗਤਾਂ ਆ ਰਹੀਆਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ। ਨੰਦ ਆਨੰਦ ਮੋਹਰੀ ਸੰਗ ਤੇ ਗੁਰੂ ਅਮਰਦਾਸ ਮਹਾਰਾਜ ਦੇ ਜਿਹੜੇ ਪੋਤਰੇ ਆ ਨਾ ਸਤ ਸੰਗ ਜੀ, ਬਾਬਾ ਆਨੰਦ ਜੀ, ਉਹ ਆਪਣੇ ਪਿਤਾ ਬਾਬਾ ਮੋਹਰੀ ਜੀ ਦੇ ਨਾਲ ਆਏ ਹਨ। ਸੰਸਰਾਮ ਜਤਰੇ ਦੇ ਉਮੰਗ ਨਾਲ ਜਿਹੜੇ ਬਾਬਾ ਮੋਹਣ ਜੀ ਦਾ ਪੁੱਤਰ ਹੈ ਸੰਸਰਾਮ, ਭਾਵ ਗੁਰੂ ਅਮਰਦਾਸ ਮਹਾਰਾਜ ਦਾ ਪੋਤਰਾ ਵੱਡਾ, ਇਹ ਬਾਬਾ ਸੰਸਰਾਮ ਵੀ ਨਾਲ ਹੈ। ਬੜੇ ਆਨੰਦ ਦੇ ਸਹਿਤ ਸਤਿਗੁਰੂ ਅਮਰਦਾਸ ਮਹਾਰਾਜ ਦੇ ਪੋਤਰੇ ਵੀ ਹਰਿਮੰਦਰ ਸਾਹਿਬ ਆ ਗਏ ਹਨ। ਆਏ ਸਭਾ ਦਰਬਾਰ ਲਗਾਈ ਜਿੱਥੇ ਪਾਤਸ਼ਾਹ ਨੇ ਸਭਾ ਦਰਬਾਰ ਸਜਾਇਆ ਹੋਇਆ ਹੈ। ਹੇਰਤ ਸੁਨਤ ਸਰਬ ਹਰ ਖਾਈ ਤੇ ਵੇਖ ਵੇਖ ਕੇ ਬਹੁਤ ਸਭ ਸੰਗਤਾਂ ਖੁਸ਼ ਹੁੰਦੀਆਂ। ਆਸਾ ਦੀ ਵਾਰ ਦਾ ਕੀਰਤਨ ਸੁਣ ਸੁਣ ਕੇ ਮਨ ਵਿਰਾਗ ਸਹਿਤ ਹੋ ਜਾਂਦਾ ਹੈ। ਸਭ ਸੰਗਤ ਦੀਆਂ ਸਮਾਧੀਆਂ ਲੱਗ ਜਾਂਦੀਆਂ ਸੁਣ ਸੁਣ ਕੇ ਆਸਾ ਦੀ ਵਾਰ ਰਾਗੀ ਸਿੱਖਾਂ ਤੋਂ। ਤੇ ਬਹੁਤ ਆਈ ਸੰਗਤ, ਬਾਬਾ ਮੋਹਣ ਮੋਹਰੀ, ਗੋਇੰਦਵਾਲ ਵਾਲੇ, ਖਡੂਰ ਸਾਹਿਬ ਵਾਲੇ, ਨਾਨਕੇ ਦਾਦਕੇ ਪਾਤਸ਼ਾਹ ਮਹਾਰਾਜ ਦੇ, ਸਾਰੇ ਬੜੇ ਖੁਸ਼ ਹੋ ਰਹੇ ਹਨ। ਪ੍ਰਾਤ ਹੋਤ ਕੇ ਪਾਇਓ ਭੋਗ ਜਦੋਂ ਦਿਨ ਜਿਹਾ ਚੜ੍ਹਿਆ ਸਾਧ ਸੰਗਤ ਜੀ ਤੇ ਆਸਾ ਦੀ ਵਾਰ ਦਾ ਭੋਗ ਪਾਇਆ ਹੈ। ਸਿਰ ਨਿਵਾਏ ਤਬ ਸਭ ਹੂੰ ਲੋਕ ਤੇ ਸਾਰੀ ਸੰਗਤ ਨੇ ਸੀਸ ਨਵਾਉਣਾ ਕੀਤਾ ਹੈ। ਸ਼੍ਰੀ ਗੁਰ ਗ੍ਰੰਥ ਸਾਹਿਬ ਜਬ ਆਏ ਤੋ ਇੰਨੇ ਨੂੰ ਸਾਧ ਸੰਗੀ ਉਹ ਵੈਸੇ ਆਸਾ ਦੀ ਵਾਰ ਤੋਂ ਪਹਿਲਾਂ ਹੀ ਜਿਵੇਂ 2 ਘੜੀਆਂ ਦਿਨ ਰਹਿ ਜਾਂਦਾ ਨਾ ਜਦੋਂ, ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆ ਗਏ ਹੈ। ਹੁਣ ਵੀ ਉਵੇਂ ਹੀ ਹੈ, ਦਿਨ ਚੜ੍ਹੇ ਜਦੋਂ 2 ਕੁ ਘੜੀਆਂ ਦਿਨ ਰਹਿ ਜਾਂਦਾ ਆਸਾ ਦੀ ਵਾਰ ਪਹਿਲਾਂ ਆਰੰਭ ਹੋ ਜਾਂਦੀ ਹੈ ਮਹਾਰਾਜ ਦੇ ਸਿੰਘਾਸਣ ਦੇ ਪਾਸ। ਤੇ 2 ਘੜੀਆਂ ਦਿਨ ਰਹੇ ਤੇ ਜਿਹੜੇ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੁਣ ਵੀ ਆ ਜਾਂਦੇ ਹੈ। ਇਸ ਤਰ੍ਹਾਂ ਜਦੋਂ ਕੋਈ 2 ਘੜੀਆਂ ਦਿਨ ਬਾਕੀ ਰਹਿ ਗਿਆ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਪਾਵਨ ਬਾਬਾ ਬੁੱਢਾ ਸਾਹਿਬ ਜੀ ਸੀਸ ਤੇ ਲੈ ਕਰਕੇ ਪਹੁੰਚ ਗਏ ਹਨ ਸੰਗਤਾਂ ਸਮੇਤ, ਚੌਰ ਛਤਰਾਂ ਸਮੇਤ। ਸਗਰੇ ਉਠ ਸਨਮਾਨ ਵਧਾਇਬ ਤੇ ਸਾਰੀ ਸੰਗਤ ਉੱਠ ਕੇ ਖੜੀ ਹੋ ਗਈ। ਹੁਣ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਉਂਦੇ ਆ ਨਾ ਸਾਧ ਸੰਗਤ ਜੀ, ਨਰਸਿੰਘੇ ਵੱਜਦੇ ਆ ਦਰਬਾਰ ਸਾਹਿਬ ਵਿੱਚ। ਜਿੰਨੀ ਸੰਗਤ ਖੜੀ ਹੁੰਦੀ ਆਸਾ ਦੀ ਵਾਰ ਦਾ ਕੀਰਤਨ ਰੁਕ ਜਾਂਦਾ ਹੈ ਤੇ ਸਾਰੀ ਸੰਗਤ ਖੜੀ ਹੋ ਕਰਕੇ ਪਾਤਸ਼ਾਹ ਮਹਾਰਾਜ ਦਾ ਸਤਿਕਾਰ ਕਰਦੀ ਹੈ। ਸ਼੍ਰੀ ਮੰਜੀ ਪਰ ਖੋਲਨ ਕੀਨ ਸੁੰਦਰ ਸਿੰਘਾਸਣ ਦੇ ਉੱਪਰ ਬਾਬਾ ਬੁੱਢਾ ਸਾਹਿਬ ਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ। ਪਠਨ ਹੇਤ ਗੁਰ ਆਇਸ ਦੀਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਗਿਆ ਦਿੱਤੀ, ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰੋ, ਹੁਕਮ ਲੈਣਾ ਕਰੋ ਜੀ। ਬ੍ਰਿਧ ਨੇ ਤਬ ਬਾਂਚੀ ਗੁਰਬਾਨੀ ਤੇ ਧੰਨ ਬਾਬਾ ਬੁੱਢਾ ਸਾਹਿਬ ਦੀਆਂ ਤਾਬਿਆ ਹੋ ਮੰਗਲ ਲਾ ਪ੍ਰਕਾਸ਼ ਰੂਪ ਦਾ ਕਰਦਿਆਂ ਹੋਇਆਂ
ਤੋ ਸਾਧ ਸੰਗਤ ਜੀ ਪਵਿੱਤਰ ਗੁਰਬਾਣੀ ਮੁਖ ਵਾਕ ਲੈਣਾ ਕੀਤਾ ਹੈ। ਜਿਸ ਮਹਿ ਹੰਤਾ ਮਮਤਾ ਹਾਨੀ। ਮਹਾਰਾਜ ਦੀ ਦਇਆ ਨਾਲ ਐਸਾ ਵਡਹੰਸ ਰਾਗ ਦਾ ਇਹ ਉਪਦੇਸ਼ ਆਇਆ ਜਿਹਦੇ ਵਿੱਚ ਹੰਗਤਾ ਮਮਤਾ ਸਭ ਨਾਸ਼ ਕਰ ਦਿੱਤੀ ਪਾਤਸ਼ਾਹ ਨੇ ਹੁਕਮ ਬਖਸ਼ਿਸ਼ ਕਰਕੇ। ਸ੍ਰੀ ਮੁਖ ਵਾਕ ਛੰਤ ਤਿਨ ਕੋਲ ਕਮਾਈ। ਜਿਨ ਪ੍ਰਭ ਸ਼ਰਵਣੀ ਸੁਣਿਆ ਰਾਮ। ਤੋ ਇਹ ਮੁਖਵਾਦ ਸਾਧ ਸੰਗਤ ਜੀ ਵਡਹੰਸ ਰਾਗ ਚ ਇੱਥੇ ਇੱਕ ਪੌੜੀ ਲਿਖੀ ਹੈ, ਉਹ ਸ਼ੰਤ ਹੈ। ਤੋ ਇਸੇ ਤਰ੍ਹਾਂ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਹੁਕਮ ਬਖਸ਼ਿਸ਼ ਕੀਤਾ ਹੈ ਕਿ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇਹ ਪਵਿੱਤਰ ਮੁਖ ਵਾਕ ਹੈ, ਤਿਨ ਘੋਲ ਘੁਮਾਈ ਜਿਨ ਪ੍ਰਭ ਸ਼ਰਵਣੀ ਸੁਣਿਆ ਰਾਮ। ਅਸੀਂ ਉਹਨਾਂ ਗੁਰਮੁਖਾਂ ਤੋਂ ਘੋਲ ਘੁਮਾਈ ਕਹੀਏ, ਵਾਰਨੇ ਬਲਿਹਾਰਨੇ ਸਦਕੇ ਜਾਈਏ। ਕਿਹਨਾਂ ਤੋਂ? ਜਿਨ ਪ੍ਰਭ ਸ਼ਰਵਣੀ ਸੁਣਿਆ ਰਾਮ, ਜਿਨ੍ਹਾਂ ਨੇ ਕੰਨਾਂ ਦੇ ਨਾਲ ਉਹ ਰਾਮ ਪ੍ਰਭੂ ਪਰਮੇਸ਼ਰ ਦਾ ਨਾਮ ਸੁਣਨਾ ਕੀਤਾ ਹੈ। ਜਾਂ ਰਾਮ ਕਹੀਏ, ਹੈ ਪਿਆਰੇ ਅਸੀਂ ਉਹਨਾਂ ਤੋਂ ਸਦਕੇ ਜਾਈਏ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਕੰਨਾਂ ਰਾਹੀਂ ਸੁਣਿਆ ਹੈ, ਬਾਣੀ ਸੁਣੀ ਹੈ। ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ। ਉਹ ਗੁਰਮੁਖ ਪਿਆਰੇ ਸਹਿਜੇ ਹੀ ਸੁਹੇਲੇ ਕਹੀਏ ਸੌਖੇ ਹੋ ਗਏ। ਕੌਣ? ਜਿਨ ਹਰ ਹਰ ਰਸਨਾ ਭਣਿਆ ਰਾਮ, ਜਿਨ੍ਹਾਂ ਦੀ ਰਸਨਾ ਨੇ ਜੀਵਾਂ ਨੂੰ ਹਰੇ ਭਰੇ ਕਰਨ ਵਾਲੇ ਪ੍ਰਭੂ ਨੂੰ ਵਾਹਿਗੁਰੂ 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 ਹਰੀ ਹਰੀ ਰਾਮ ਰਾਮ ਕਹਿ ਕੇ ਭਣਿਆ ਕਹੀਏ ਜਪਣਾ ਕੀਤਾ। ਹੇ ਮੇਰੇ ਪਿਆਰੇ ਸੇ ਸਹਿਜ ਸੁਹੇਲੇ ਗੁਣ ਹੈ ਅਮੋਲੇ ਜਗਤ ਉਦਾਹਰਣ ਆਏ। ਤੋ ਇਹੋ ਜਿਹੇ ਜਿਹੜੇ ਗੁਰਮੁਖ ਪਿਆਰੇ ਨਾ, ਜਿਹੜੇ ਨਾਮ ਜਪਣ ਵਾਲੇ ਆ, ਉਹ ਸਹਿਜੇ ਸੁਹੇਲੇ ਕਹੀਏ ਸੌਖੇ। ਲੋਕ ਵੀ ਸੁਖੀ ਆ, ਪਰਲੋਕ ਵੀ ਉਹਨਾਂ ਦਾ ਸੌਖਾ ਸੁਹੇਲਾ ਹੈ। ਤੇ ਗੁਣ ਹੈ ਅਮੋਲੇ, ਉਹਨਾਂ ਨੂੰ ਸਤਿਗੁਰਾਂ ਨੇ ਗੁਰਬਾਣੀ ਵਿੱਚੋਂ ਗੁਣ ਦਿੱਤੇ ਆ ਜਿਹੜੇ ਮੁੱਲ ਤੋਂ ਰਹਿਤ ਹੈ। ਸਤ ਦਿੱਤਾ ਹੈ, ਸੰਤੋਖ, ਧਰਮ, ਦਇਆ, ਵਿਚਾਰ, ਖਿਮਾ, ਅਹਿੰਸਾ, ਦਇਆ, ਮ੍ਰਿਦ, ਤ੍ਰਿਸ਼ਨਾ ਬਿਨਾ, ਇਹੋ ਜਿਹੇ ਗੁਣ ਦਿੱਤੇ ਹੈ ਉਹ ਗੁਰਬਾਣੀ ਨੇ ਪਰਮੇਸ਼ਰ ਨੇ ਦਿੱਤੇ, ਕਿਉਂ ਨਾਮ ਜੂ ਜਪਦੇ ਆ। ਅਨਮੋਲ ਗੁਣ ਦਿੱਤੇ ਹੈ। ਤੋ ਉਹ ਜਿਹੜੇ ਗੁਰਮੁਖ ਪਿਆਰੇ ਆ ਨਾ, ਨਾਮ ਰਸੀਏ, ਗੁਣਾਂ ਦੇ ਅਮੁੱਲੇ ਰਹਿਤ, ਜਿਹੜੇ ਮੁੱਲ ਤੋਂ ਗੁਣ ਪ੍ਰਾਪਤ ਜਿਨ੍ਹਾਂ ਨੂੰ ਹੋਏ, ਜਗਤ ਉਦਾਹਰਣ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਣ ਮਿਲਾਏ, ਜਨ ਪਰ ਉਪਕਾਰੀ ਆਏ। ਉਹ ਪਰਉਪਕਾਰੀ ਸੰਤ ਮਹਾਂਪੁਰਖ ਸੰਸਾਰ ਦਾ ਭਲਾ ਕਰਨ ਵਾਸਤੇ ਆਏ ਹੁੰਦੇ ਐ। ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ। ਜਿਹੜਾ ਇਹ ਸੰਸਾਰ ਹੈ ਨਾ, ਮਹਾਰਾਜ ਕਹਿੰਦੇ ਬੜਾ ਭੈਦਾਇਕ ਹੈ। ਭੈਦਾਇਕ ਸਮੁੰਦਰ ਹੈ, ਜਿਵੇਂ ਸਮੁੰਦਰ ਡੂੰਘਾ ਹੈ, ਜਨਤਾ ਦੇ ਨਾਲ ਭਰਿਆ ਹੋਇਆ, ਤਰਨਾ ਬੜਾ ਔਖਾ ਹੈ। ਇਸ ਤਰ੍ਹਾਂ ਸੰਸਾਰ ਸਮੁੰਦਰ ਵੀ ਤਰਨਾ ਬੜਾ ਔਖਾ ਹੈ। ਪਰ ਜਿਹੜੇ ਨਾਮ ਜਪਣ ਵਾਲੇ ਕੋ ਸੰਤ ਗੁਰਮੁਖ ਮਹਾਂਪੁਰਖ ਭਗਤ ਜਾਣੇ ਆ ਨਾ, ਉਹਨਾਂ ਨੇ ਸੰਸਾਰ ਦੇ ਜੀਵਾਂ ਨੂੰ ਪ੍ਰਭੂ ਦੇ ਜਿਹੜੇ ਚਰਨ ਹੈ ਉਹ ਜਹਾਜ਼ ਵਰਗੇ ਹੈ। ਤੋ ਪ੍ਰਭੂ ਦੇ ਨਾਮ ਰੂਪੀ ਚਰਨਾਂ ਦੇ ਜਹਾਜ਼ ਦੇ ਨਾਲ ਲਾ ਕੇ ਪਾਰ ਲੰਘਾਏ। ਬੜੇ ਪਾਪੀ ਤੋਂ ਪਾਪੀ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਉਹਨਾਂ ਨੂੰ ਉਹਦਾ ਪਾਰ ਉਧਾਰਾ ਕਰਵਾ ਦਿੱਤਾ। ਪ੍ਰੇਰ ਕੇ ਭਾਈ ਗੁਰਬਾਣੀ ਪੜ੍ਹੋ, ਗੁਰਬਾਣੀ ਨਾਲ ਜੁੜੋ। ਤੋ ਸਖਸ਼ੀ ਪੂਜਾ ਛੱਡ ਕੇ ਇੱਕ ਅਕਾਲ ਪੁਰਖ ਦੇ ਪੁਜਾਰੀ ਬਣੋ। ਪੁਨਾ ਪ੍ਰੇਰ ਕੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਤੋ ਸੇਵਾ ਸਿਮਰਨ ਨਾਲ ਸੰਗਤਾਂ ਨੂੰ ਜੋੜਿਆ, ਨਾਮ ਨਾਲ ਜੋੜਿਆ। ਇਹੋ ਜਿਹੇ ਗੁਰਮੁਖਾਂ ਮਹਾਂਪੁਰਖਾਂ ਨੇ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਜੀਵਾਂ ਨੂੰ ਤਾਰ ਦਿੱਤਾ, ਕਿਉਂਕਿ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਦਿੱਤਾ। ਪਰਮੇਸ਼ਰ ਦੇ ਚਰਨ ਜਹਾਜ਼ ਵਰਗੇ ਹਨ। ਜਿਨ ਕਉ ਕਿਰਪਾ ਕਰੀ ਮੇਰੇ ਠਾਕੁਰ, ਜਿਨ੍ਹਾਂ ਦੇ ਉੱਪਰ ਮੇਰੇ ਠਾਕੁਰ ਕਹੀਏ ਪਰਮੇਸ਼ਰ ਨੇ ਕਿਰਪਾ ਕਰਨਾ ਕੀਤੀ ਹੈ। ਤਿਨ ਕਾ ਲੇਖਾ ਨਾ ਗਣਿਆ, ਉਹਨਾਂ ਦਾ ਲੇਖਾ ਨਹੀਂ ਗਿਣਿਆ ਜਾਂਦਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਗੁਰੂ ਪਾਤਸ਼ਾਹ ਉਹਨਾਂ ਤੇ ਇੰਨੀ ਮਿਹਰ ਕਰ ਦਿੰਦੇ ਆ, ਨਾਮ ਦੇ ਬਲ ਨਾਲ ਸਾਰੇ ਕੀਤੇ ਪਾਪ ਇੱਥੇ ਹੀ ਦਗਧ ਹੋ ਜਾਂਦੇ ਆ, ਤੇ ਅਗਲੀ ਦਰਗਾਹ ਵਿੱਚ ਉਹਨਾਂ ਦਾ ਕੀਤੇ ਹੋਏ ਪਾਪਾਂ ਦਾ ਲੇਖਾ ਧਰਮ ਰਾਏ ਨੇ ਨਹੀਂ ਗਿਣਨਾ ਕੀਤਾ। ਤੋ ਨਾ ਪਰਮੇਸ਼ਰ ਨੇ ਉਹਨਾਂ ਦੇ ਗੁਣ ਔਗਣ ਦਾ ਲੇਖਾ ਕੀਤਾ। ਤੋ ਪ੍ਰੇਮ ਦੀ ਦਾਤ ਬਖਸ਼ਿਸ਼ ਕਰਕੇ ਉਹਨਾਂ ਤੇ ਬੜੀ ਕਿਰਪਾ ਠਾਕੁਰ ਨੇ ਕੀਤੀ, ਆਪਣੇ ਬਣਾ ਲੈਣਾ ਕੀਤਾ। ਉਹਨਾਂ ਦੇ ਗੁਣ ਔਗਣ ਨਹੀਂ ਗਿਣਨੇ ਕੀਤੇ, ਨਹੀਂ ਲੇਖਾ ਕੀਤਾ ਹੈ। ਕਹੋ ਨਾਨਕ ਤਿਸ ਕੋਲ ਕੁਮਾਈ, ਜਿਨ ਪ੍ਰਭ ਸ਼ਰਵਣੀ ਸੁਣਿਆ। ਤੋ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਅਸੀਂ ਵਾਰਨੇ ਬਲਿਹਾਰਨੇ ਸਦਕੇ ਜਾਈਏ।
ਉਹਨਾਂ ਗੁਰਮੁਖਾਂ ਤੋਂ ਕਿਹਨਾਂ ਤੋਂ, ਜਿਨ ਪ੍ਰਭ ਸ਼ਰਵਣੀ ਸੁਣਿਆ, ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਨੂੰ ਕੰਨਾਂ ਨਾਲ ਸੁਣਿਆ ਹੈ। ਚੌਪਈ ਪਰਮੇਸ਼ਰ ਕੋ ਸੁਜਾਸ ਮਹਾਨਾ। ਤੋ ਅੱਗੇ ਕਵੀ ਜੀ ਕਹਿੰਦੇ ਸ਼ਬਦ ਮੁੱਖ ਵਾਕ ਆਇਆ ਹੈ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿਆਹ ਤੋਂ ਅਗਲੇ ਦਿਨ ਜਦੋਂ ਸੰਗਤ ਹਰਿਮੰਦਰ ਸਾਹਿਬ ਜੁੜੀ ਤੋ ਪਰਮੇਸ਼ਰ ਦਾ ਸ਼੍ਰੇਸ਼ਟ ਮਹਾਨ ਹੀ ਮਹਾਨ ਵਡਿਆਈ ਸੋਭਾ ਜਸ। ਕੈ ਸੰਤਨ ਕੋ ਕੀਨ ਬਖਾਨਾ। ਇਸ ਸ਼ਬਦ ਵਿੱਚ ਜਾਂ ਪਰਮੇਸ਼ਰ ਦੀ ਵਡਿਆਈ ਤੇ ਜਾਂ ਪਾਤਸ਼ਾਹ ਨੇ ਸੰਤਾਂ ਦੀ ਸੋਭਾ ਕਰਨਾ ਕੀਤੀ ਹੈ। ਅਧਿਕ ਨਮਰਤਾ ਤਜ ਤਜਿਨ ਹੰਕਾਰ। ਤੇ ਇਹ ਸ਼ਬਦ ਦੇ ਵਿੱਚ ਕੀ ਦੱਸਿਆ ਹੈ ਕਿ ਵੱਧ ਤੋਂ ਵੱਧ ਨਿਮਰਤਾ ਰੱਖੇ ਗੁਰੂ ਕਾ ਸਿੱਖ, ਹੰਕਾਰ ਛੱਡ ਦੇਣਾ ਕਰੇ। ਸਤਿਨਾਮ ਸਿਮਰਨ ਸੁਖ ਸਾਰ। ਤੇ ਜਿਹੜਾ ਸੱਚੇ ਨਾਮ ਵਾਹਿਗੁਰੂ ਦਾ ਸਿਮਰਨ ਹੈ ਨਾ, ਉਹ ਸਾਧ ਸੰਗਤ ਜੀ ਸਾਰੇ ਸੁੱਖਾਂ ਦਾ ਸ਼ਰਮੋਰ ਹੈ, ਸ਼੍ਰੇਸ਼ਟ ਹੈ। ਨਾਮ ਵਿੱਚ ਹੀ ਸਾਰੇ ਸੁੱਖ ਹਨ। ਕਾਮ ਕ੍ਰੋਧ ਆਦਿਕ ਕੋ ਤਿਆਗਨ। ਹਾਂ, ਮਹਾਰਾਜ ਨੇ ਇਸ ਸ਼ਬਦ ਵਿੱਚ ਬਖਸ਼ਿਸ਼ ਕੀਤੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦਾ ਤਿਆਗ ਕਰਨਾ ਚਾਹੀਦਾ ਹੈ। ਸ੍ਰੀ ਭਗਵੰਤ ਭਗਤ ਕੋ ਲਾਗਣ। ਤੇ ਪਰਮੇਸ਼ਰ ਦੀ ਭਗਤੀ ਵਿੱਚ ਲੱਗ ਜਾਣਾ, ਵਿਸ਼ੇ ਛੱਡ ਦੇਣੇ ਆ, ਪਰਮੇਸ਼ਰ ਨੂੰ ਯਾਦ ਕਰਨਾ ਹੈ। ਬਹੁ ਬੈਰਾਗ ਜਗਤ ਤੇ ਕਰਿਬੋ। ਤੇ ਬੋੜੋ ਫਿਰ ਵੈਰਾਗ ਕਰਨਾ, ਤਰਤਮ ਤੀਬਰ ਵੈਰਾਗ ਸੰਸਾਰ ਤੋਂ ਕਰ ਲੈਣਾ ਹੈ। ਸੰਤਨ ਸੇਵਨ ਸ਼ਰਧਾ ਧਰਿਬੋ। ਤੇ ਸੰਤਾਂ ਦੀ ਸੇਵਾ ਕਰਨੀ ਹੈ, ਪਰਮੇਸ਼ਰ ਤੇ ਸ਼ਰਧਾ ਧਾਰਨੀ, ਨਾਮ ਜਪਣ ਵਾਲਿਆਂ ਨਾਲ ਪ੍ਰੇਮ ਸੰਗਤ ਨਾਮ ਜਪਣ ਵਾਲਿਆਂ ਦੀ ਕਰਨੀ ਹੈ। ਮਨਮੁਖਾਂ ਤੋਂ ਵੈਰਾਗ ਟਾਲਾ ਕਰ ਲੈਣਾ ਹੈ। ਜਿਸ ਤੇ ਉਦਰ ਹੈ ਜੀਵਨ ਜਾਲ। ਜਿਹੜਾ ਇਹ ਸਿੱਖਿਆ ਗ੍ਰਹਿਣ ਕਰ ਲਵੇਗਾ, ਇਸ ਸ਼ਬਦ ਨੂੰ ਵਿਚਾਰਨ ਦੇ ਨਾਲ, ਜੀਵਨ ਵਿੱਚ ਢਾਲਣ ਦੇ ਨਾਲ ਸੰਸਾਰ ਤੋਂ ਜੀਵ ਉਧਰ ਜਾਂਦਾ ਹੈ। ਅਸ ਜਹਾਜ ਕੀ ਨਸ ਕਲ ਕਾਲ। ਤੋ ਇਹੋ ਜਿਹਾ ਜਹਾਜ਼ ਨਾਮ ਦਾ ਬੇੜਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੰਨਣਾ ਕੀਤਾ ਹੈ। ਸੁਣ ਮੋਹਨ ਦਾਤੂ ਤਬ ਸ਼ਰਾਉਣ। ਤੋ ਸਾਧ ਸੰਗਤ ਜੀ ਇਹੋ ਜੀ ਗੁਰਬਾਣੀ ਸੁੰਦਰ ਸੁਣ ਕੇ ਨਾ, ਧੰਨ ਬਾਬਾ ਮੋਹਨ ਜੀ, ਇਹ ਗੁਰੂ ਅਰਜਨ ਦੇਵ ਮਹਾਰਾਜ ਨਾਲ ਖਫਾ ਸਨ ਨਾ ਪਹਿਲਾਂ, ਤੇ ਬਾਬਾ ਦਾਤੂ ਜੀ ਉਹ ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰੀ ਸੀ, ਤੋ ਉਹ ਕਿੱਥੇ ਇਸ ਘਰ ਤੋਂ ਬੇਮੁਖ ਰਹੇ ਕੁਝ ਸਮਾਂ, ਕਿਉਂਕਿ ਕੋ ਭਾਗ ਹੁੰਦਾ ਹੈ। ਤੋ ਸਾਧ ਸੰਗਤ ਜੀ ਖਫਾ ਸੀ ਵੀ ਇਹ ਗੁਰੂ ਕੀ ਪਿਤਾ ਦੀ ਵਸਤੂ ਸਾਨੂੰ ਮਿਲੇ। ਤੋ ਬਾਬਾ ਮੋਹਨ ਜੀ ਤੇ ਬਾਬਾ ਦਾਤੂ ਜੀ ਪਹਿਲੀ ਵਾਰੀ ਇਹਨਾਂ ਨੇ ਮਹਾਰਾਜ ਦੀ ਇਹ ਗੁਰਬਾਣੀ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਾ ਹੁਕਮ ਸੁਣਿਆ, ਸੁਣ ਕਰਕੇ ਬੜਾ ਆਨੰਦ ਆਇਆ। ਤੋ ਸਾਧ ਸੰਗਤ ਜੀ ਇੱਥੇ ਵੀ ਬੇਨਤੀ ਕਰੀਏ, ਜਦੋਂ ਹੁਕਮ ਸੁਣਦਾ ਨਾ, ਇੱਥੇ ਠੀਕ ਸੰਗਤ ਅੰਮ੍ਰਿਤ ਵੇਲੇ ਮਹਾਰਾਜ ਦੇ ਦਰਸ਼ਨ ਕਰਦੀ ਹੈ, ਪਰ ਹੁਕਮ ਸੁਣਨ ਦੀ ਮਰਿਆਦਾ, ਹੁਕਮ ਬਹਿ ਕੇ ਸੁਣੀਦਾ ਹੁੰਦਾ। ਜਦੋਂ ਵੀ ਸੁਣਨਾ ਵੇਖੋ, ਜਦੋਂ ਲਾਵਾਂ ਹੁੰਦੀ ਹੈ ਨਾ, ਤੇ ਬੱਚਾ ਬੱਚੀ ਲੜਕਾ ਲੜਕੀ ਜਦੋਂ ਲਾਵਾਂ ਲੈਂਦੇ ਆ, ਤੇ ਤੁਸੀਂ ਵੇਖੋਗੇ ਵੀ ਪਹਿਲੀ ਲਾਂ ਪੂਰੀ ਹੁੰਦੀ ਆ, ਫਿਰ ਉੱਠਣ ਦਾ ਹੁਕਮ ਹੁੰਦਾ, ਫਿਰ ਉੱਠਦੇ ਆ ਤੇ ਲਾਂ ਪੂਰੀ ਕਰ ਲੈਂਦੇ। ਜਦੋਂ ਮਹਾਰਾਜ ਦੀ ਪਰਿਕਰਮਾ ਇੱਕ ਫਿਰ ਬਹਿ ਜਾਂਦੇ, ਫਿਰ ਲਾਂ ਸ਼ੁਰੂ ਹੁੰਦੀ। ਇਹਦਾ ਅਰਥ ਸਾਨੂੰ ਸਮਝ ਨਹੀਂ ਪੈਂਦਾ ਭਲਾ ਵੀ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਬਹਿ ਕੇ ਸੁਣਨੀ, ਲੜਕੀ ਲੜਕਾ ਬਹਿ ਕੇ ਸੁਣ ਕੇ ਫਿਰ ਮਹਾਰਾਜ ਦੀ ਪਰਿਕਰਮਾ ਕਰਦੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਫਿਰ ਜਦੋਂ ਹੁਕਮ ਆਉਂਦਾ, ਹੁਕਮ 'ਚ ਕਦੇ ਬੋਲੀ ਦਾ ਨਹੀਂ ਹੁੰਦਾ, ਚਾਹੇ ਬਾਣੀ ਕੰਠ ਹੈ, ਪਰ ਹੁਕਮ ਪਾਤਸ਼ਾਹ ਦਾ ਹੈ। ਇਹ ਸੁਣਨ ਵਾਸਤੇ ਹੁੰਦਾ, ਸੁਣਾਉਣ ਵਾਸਤੇ ਨਹੀਂ ਹੁੰਦਾ। ਕਦੇ ਵੀ ਜਦੋਂ ਹੁਕਮਨਾਮਾ ਆਵੇ, ਚਾਹੇ ਮੰਗਲ ਜਿਹੜੇ ਪੜ੍ਹਦੇ ਆ ਹੁਕਮ ਲੈਣ ਤੋਂ ਪਹਿਲਾਂ, ਉਹ ਸੰਗਤੀ ਰੂਪ ਵਿੱਚ ਆਪਾਂ ਪੜ੍ਹ ਸਕਦੇ ਹਾਂ, ਪਰ ਕਦੇ ਹੁਕਮ ਦੇ ਵਿੱਚ ਨਾਲ ਨਹੀਂ ਬੋਲਣਾ ਚਾਹੀਦਾ, ਕਿਉਂਕਿ ਹੁਕਮ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਬਖਸ਼ ਰਹੇ ਆ, ਕੋਈ ਮਨੁੱਖ ਨਹੀਂ ਬਖਸ਼ ਰਿਹਾ ਜਿਹੜਾ ਆਪਾਂ ਨਾਲ ਬੋਲਾਂਗੇ। ਤੋ ਹੁਕਮਨਾਮਾ ਬਹਿ ਕੇ ਸ਼ਰਵਣ ਕਰੀਏ। ਤੋ ਇਸ ਦੇ ਨਾਲ ਹੀ ਹੁਕਮ ਮਹਾਰਾਜ ਦੇ ਵਿੱਚ ਨਹੀਂ ਬੋਲਣਾ, ਫਤਿਹ ਬੁਲਾਈ ਨਾਲ ਅੰਤਲੇ ਸਮੇਂ ਕੱਲੀ ਫਤਿਹ ਬੁਲਾਉਣੀ ਹੈ। ਜਦੋਂ ਹੁਕਮ ਆਰੰਭ ਹੋ ਜਾਂਦਾ ਹੈ, ਇੱਕ ਰਸਾਇਣ ਨੇਤਰ ਬੰਦ ਕਰਕੇ ਆਨੰਦ ਨਾਲ ਹੁਕਮ ਸ਼ਰਵਣ ਕਰਨਾ ਹੈ, ਚਾਹੇ ਕੰਠ ਵੀ ਹੈ, ਹੁਕਮ ਦੇ ਵਿੱਚ ਬੋਲਣਾ ਨਹੀਂ ਹੈ, ਕਿਉਂਕਿ ਹੁਕਮ ਪਾਤਸ਼ਾਹ ਦਾ ਹੈ, ਅਸੀਂ ਸੁਣਨ ਵਾਲੇ ਸਰੋਤੇ ਹਾਂ। ਤੋ ਬਖਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਤੋ ਇਸ ਤਰ੍ਹਾਂ ਸਾਰੀ ਸੰਗਤ ਨੇ ਇੱਥੇ ਬਹਿ ਕੇ ਹੁਕਮ ਸੁਣਿਆ। ਦਰਬਾਰ ਸਾਹਿਬ ਵੀ ਤੁਸੀਂ ਦਰਸ਼ਨ ਕਰੋ, ਜਦੋਂ ਹੁਕਮਨਾਮਾ ਸਾਹਿਬ ਆਉਂਦਾ ਹੈ, ਸਾਧ ਸੰਗਤ ਦੀ ਪਰਿਕਰਮਾ, ਜਿੱਥੇ ਸਾਰੀ ਸੰਗਤ ਇੱਕ ਵਾਰੀ ਉੱਥੇ ਟਿਕ ਜਾਂਦੀ, ਜਿੱਥੇ ਜਗ੍ਹਾ ਮਿਲਦੀ ਸਭ ਬਹਿ ਜਾਂਦੇ। ਜਿਹੜੇ ਕੋ ਸਿਆਣੇ ਆ, ਜਿਹੜੇ ਕਥਾ ਸੁਣਦੇ, ਜਿਹੜੇ ਮਹਾਰਾਜ ਦੇ ਘਰ ਦੀ ਮਰਿਆਦਾ ਤੋਂ ਜਾਣੂ ਹੈ, ਅੰਦਰਲੀ ਸੰਗਤ ਸਾਰੀ ਬਹਿ ਜਾਂਦੀ ਉਦੋਂ ਜਦੋਂ ਹੁਕਮਨਾਮਾ ਸਾਹਿਬ ਆਉਂਦਾ ਹੈ। ਇਹ ਸਾਧ ਸੰਗਤ ਜੀ ਪਾਤਸ਼ਾਹ ਦੇ ਪਾਵਨ ਗੁਰਬਾਣੀ ਦਾ ਜਿਹੜਾ ਹੈ ਕਿ ਉਹ ਸਤਿਕਾਰ ਹੈ ਵੀ ਪਾਤਸ਼ਾਹ ਮਹਾਰਾਜ ਦਾ ਹੁਕਮ ਅਸੀਂ ਬਹਿ ਕਰਕੇ ਸ਼ਰਵਣ ਕਰੀਏ।
ਤੋ ਇਸ ਤਰ੍ਹਾਂ ਦਇਆ ਮਹਾਰਾਜ ਨੇ ਕੀਤੀ, ਹੁਕਮ ਬਖਸ਼ਿਸ਼ ਕੀਤਾ। ਬਾਬਾ ਮੋਹਨ ਜੀ ਅਰ ਧੰਨ ਬਾਬਾ ਦਾਤੂ ਜੀ ਸੁਣ ਕੇ ਬੜਾ ਆਨੰਦ ਆਇਆ ਤੇ ਖੁਸ਼ੀ ਦੇ ਨਾਲ ਚੁੱਪ ਹੋ ਗਏ, ਕੁਝ ਬੋਲੇ ਨਹੀਂ ਹਨ। ਭਰੇ ਹਰਖ ਕੁਛ ਠਾਨੀ ਮੌਨ, ਕੁਝ ਸਮੇਂ ਵਾਸਤੇ ਮੌਨ ਧਾਰ ਲਈ ਹੈ, ਚੁੱਪੀ ਧਾਰ ਲੈਣਾ ਕੀਤੀ ਹੈ। ਬਹੁਰ ਸਰਾਹਣ ਲੱਗੇ ਵਿਸਾਲਾ, ਤੇ ਫੇਰ ਸਲਾਉਣ ਲੱਗ ਪਏ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸੋਭਾ ਕਰਨ ਲੱਗੇ ਹਨ। ਸੋਢੀ ਪੰਥ ਸੁਕੀਨ ਉਜਾਲਾ, ਕਹਿੰਦੇ ਹੈ ਗੁਰੂ ਅਰਜਨ ਦੇਵ ਜੀ, ਤੁਸਾਂ ਤਾਂ ਸੋਢੀਆਂ ਦਾ ਵੱਡਾ ਹੀ ਪੰਥ ਜਿਹੜਾ ਉਜਾਲਾ ਕਹੀਏ ਪ੍ਰਗਟ ਪ੍ਰਤੱਖ ਕਰ ਦਿੱਤਾ ਹੈ, ਪ੍ਰਕਾਸ਼ ਕਰ ਦਿੱਤਾ ਹੈ। ਦੋਨੋਂ ਕਰੇ ਮਹਾ ਉਪਕਾਰੇ, ਤੁਸੀਂ ਦੋ ਬੜੇ ਵੱਡੇ ਸੰਸਾਰ ਤੇ ਮਹਾਨ ਪਰ ਉਪਕਾਰ ਕੀਤੇ ਹਨ, ਜਿਸ ਤੇ ਕਲ ਮਹਿ ਮੰਦ ਉਧਾਰੇ। ਜਿਸ ਤੇ ਕਲਯੁਗ ਦੇ ਜੀਵ ਜਿਹੜੇ ਮੰਦੀ ਮਤ ਵਾਲੇ ਵੀ ਉਧਰ ਜਾਣਗੇ। ਇੱਕ ਤਾਂ ਤੁਸੀਂ ਅੰਮ੍ਰਿਤ ਸਰੋਵਰ ਲਾ ਕੇ ਜੀਵਾਂ ਨੂੰ ਕਲਿਆਣ ਬਖਸ਼ਿਸ਼ ਕੀਤੀ, ਤੇ ਦੂਜਾ ਹਰਿਮੰਦਰ ਸਾਹਿਬ ਦਾ ਪਾਵਨ ਸਥਾਨ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣਾ ਕੀਤੀ ਹੈ। ਇਹ ਦੋ ਤੁਹਾਡੇ ਸੰਸਾਰ ਤੇ ਬੜੇ ਵੱਡੇ ਪਰ ਉਪਕਾਰ ਹਨ, ਤੇ ਇਹ ਪਰ ਉਪਕਾਰ ਦੇ ਨਾਲ ਕਲਯੁਗ ਦੇ ਮੰਦੀ ਮਤ ਵਾਲੇ ਬੜੇ ਜੀਵਾਂ ਦਾ ਕਲਿਆਣ ਹੋਣਾ ਹੈ। ਧੰਨ ਬੈਠਿਬੋ ਗੁਰਤਾ ਗਾਦੀ, ਮਹਾਰਾਜ ਤੁਸੀਂ ਧੰਨ ਹੋ ਜਿਹੜੇ ਗੁਰਤਾ ਗੱਦੀ ਤੇ ਬੈਠੇ ਹੋ, ਤੇ ਗੁਰਤਾ ਗੱਦੀ ਵੀ ਧੰਨ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਧੰਨਤਾ ਯੋਗ ਹੋ। ਜਿਸ ਤੇ ਹੋਏ ਅਨਕ ਅਹਲਾਦੀ, ਤੁਹਾਡੇ ਸਿੰਘਾਸਣ ਤੇ ਬੈਠੇ ਤੋਂ ਬੜੇ ਜੀਵਾਂ ਨੂੰ ਅਹਿਲਾਦ ਕਹੀਏ ਆਨੰਦ ਪ੍ਰਾਪਤ ਹੋ ਰਿਹਾ ਹੈ। ਸਰਬ ਗੁਰਨ ਕੋ ਸੋ ਜਸ ਪ੍ਰਕਾਸ਼ਾ, ਪਾਤਸ਼ਾਹ ਤੁਸਾਂ ਨੇ ਸੰਸਾਰ ਵਿੱਚ ਸਾਰੇ ਗੁਰਾਂ ਦਾ, ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਸਾਰੇ ਪਾਤਸ਼ਾਹੀਆਂ ਦਾ ਬੜਾ ਜਸ, ਬੜਾ ਵਡਿਆਈ ਸੋਭਾ ਫੈਲਾ ਦਿੱਤੀ ਹੈ। ਵਿਸਥਾਰਿਓ ਸਭ ਮਹਿ ਚਾਹੋ ਪਾਸਾ, ਚਾਰ ਦਿਸ਼ਾਵਾਂ ਵਿੱਚ ਤੁਸਾਂ ਨੇ ਪ੍ਰਕਾਸ਼ ਕੀਤਾ ਹੈ, ਗੁਰੂ ਘਰ ਦੀ ਸੋਭਾ ਵਧਾਈ ਹੈ। ਗੁਰਬਾਣੀ ਇਕੱਠੀ ਦਰਸਾਵੈ, ਤੇ ਵੱਡੀ ਗੱਲ ਸਿੱਖਾਂ ਦੇ ਹੁਣ ਵੱਡੇ ਭਾਗ ਹੈ, ਤੁਹਾਡਾ ਪਰਉਪਕਾਰ ਹੈ ਵੀ ਹੁਣ ਸਾਰੇ ਪਾਤਸ਼ਾਹੀਆਂ ਦੀ ਤੇ ਭਗਤਾਂ ਦੀ ਭਟਾਂ ਦੀ ਗੁਰੂ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਇੱਕੋ ਵਾਰੀ ਸਾਰੀ ਬਾਣੀ ਆਪਾਂ ਇਕੱਠੀ ਦੇ ਦਰਸ਼ਨ ਕਰ ਸਕਦੇ ਹਾਂ। ਪੜ੍ਹੈ ਲਿਖੈ ਸਿੱਖ ਸੁਨੈ ਸੁਨਾਵੈ, ਸਿੱਖ ਹੁਣ ਪੜ੍ਹਿਆ ਕਰਨਗੇ ਗੁਰਬਾਣੀ, ਪੜ੍ਹਾਇਆ ਕਰਨਗੇ, ਲਿਖਿਆ ਕਰਨਗੇ, ਅੱਗੇ ਉਤਾਰੇ ਹੋਣਗੇ ਗੁਰੂ ਸਾਹਿਬ ਗ੍ਰੰਥ ਮਹਾਰਾਜ ਦੇ, ਤੇ ਨਾਲ ਗੁਰਬਾਣੀ ਸੁਣੀ ਜਾਵੇਗੀ ਤੇ ਪੜ੍ਹ ਪੜ੍ਹ ਕੇ ਸੁਣਾਈ ਜਾਇਆ ਕਰੇਗੀ। ਅਵਨੀ ਮੰਡਲ ਗਿਰ ਲਗ ਸਾਗਰ, ਹਾਂ ਤੁਸੀਂ ਮਹਾਰਾਜ ਕਿੱਥੇ ਧਰਤੀ ਮੰਡਲ, ਪਹਾੜਾਂ ਤੋਂ ਲੈ ਕੇ ਸਮੁੰਦਰ ਤੱਕ ਪੁਰ ਪੁਰ ਘਰ ਘਰ ਹੋਏ ਉਜਾਗਰ। ਬੜੀ ਦਇਆ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਣ ਦੇ ਨਾਲ। ਗੁਰਬਾਣੀ ਘਰ ਘਰ ਦੇ ਵਿੱਚ, ਕੀ ਧਰਤੀ ਤੋਂ ਅਸਮਾਨ ਤੱਕ, ਤਾਂ ਪਹਾੜਾਂ ਤੋਂ ਸਮੁੰਦਰ ਤੱਕ, ਸਭ ਪਾਸੇ ਪਿੰਡ ਪਿੰਡ ਘਰ ਘਰ ਵਿੱਚ ਸਤਿਗੁਰਾਂ ਦੀ ਬਾਣੀ ਦਾ ਹੁਣ ਚਾਨਣਾ ਹੋਇਆ ਕਰੇਗਾ, ਪੜ੍ਹੀ ਜਾਇਆ ਕਰੇਗੀ। ਹਰ ਮੰਦਿਰ ਤੀਰਥ ਗੁਰ ਕੇਰੋ, ਜਿਹੜਾ ਹਰਮੰਦਰ ਸਾਹਿਬ ਸਤਿਗੁਰਾਂ ਦਾ ਸੁੰਦਰ ਤੀਰਥ ਹੈ, ਇਨ ਪ੍ਰਤਾਪ ਨਿਤ ਵਧ ਹੈ ਵਧੇਰੋ। ਇਹਦਾ ਪ੍ਰਤਾਪ ਵੀ ਹੁਣ ਦਿਨ ਬਰ ਦਿਨ ਵੱਧ ਰਿਹਾ ਹੈ। ਚਾਹੋਂ ਦਿਸ਼ ਕੇ ਨਰ ਸ਼ਰਦਾ ਧਰ ਧਰ, ਤੇ ਚਾਰ ਚਫੇਰਿਆਂ ਦੇ ਜਿੰਨੇ ਸਿੱਖ ਹੈ, ਆਮ ਜੋ ਵੀ ਚਾਰ ਵਰਨ, ਸਾਰੇ ਚਾਰੇ ਆਸ਼ਰਮ, ਸਭ ਧਰਮਾਂ ਦੇ ਲੋਕ ਸ਼ਰਧਾ ਮਨ ਵਿੱਚ ਰੱਖ ਰੱਖ ਕੇ ਨਿਰਮਲ ਹੋਏ ਸੁਮਜਨ ਕਰ ਕਰ, ਗੁਰੂ ਪਾਵਨ ਸਥਾਨ ਤੇ ਇਸ਼ਨਾਨ ਕਰਕੇ ਪਵਿੱਤਰ ਹੋ ਰਹੇ ਹਨ। ਸ਼੍ਰੀ ਅਰਜਨ ਪੁਨ ਭਨਿਓ ਸੁਨਾਇਓ, ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜਦੋਂ ਇਸ ਤਰ੍ਹਾਂ ਸੋਭਾ ਕੀਤੀ ਨਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੋਲੇ ਹਨ ਬਾਬਾ ਮੋਹਨ ਜੀ ਦੇ ਤਾਈ, ਕਿਰਪਾ ਤੁਮਾਰੀ ਤੇ ਬਨ ਆਇਓ। ਇਹ ਮੇਰੇ ਪਿਆਰੇ ਮਾਮਾ ਬਾਬਾ ਮੋਹਨ ਜੀ, ਅਸਲ ਵਿੱਚ ਤਾਂ ਕਿਰਪਾ ਸਾਰੀ ਤੁਹਾਡੀ ਹੋਈ ਹੈ। ਭਈ ਇਕੱਤਰ ਸਕਲ ਗੁਰਬਾਨੀ, ਕਿਉਂਕਿ ਤੁਹਾਡੇ ਕੋਲ ਪੋਥੀਆਂ ਸਨ, ਤੁਹਾਡੀ ਦਇਆ ਦੇ ਨਾਲ ਇਹ ਸਾਰੀ ਗੁਰਬਾਣੀ ਇੱਕ ਥਾਂ ਇਕੱਠੀ ਹੋਈ ਹੈ। ਸਿਰ ਜਿਉ ਤੀਰਥ ਕਲਮਲ ਹਾਨੀ, ਤੇ ਕਲਯੁਗ ਦੇ ਪਾਪਾਂ ਨੂੰ ਨਾਸ਼ ਕਰਨ ਵਾਲਾ ਜਿਹੜਾ ਸੁੰਦਰ ਤੀਰਥ, ਜਿਹਦੀ ਨਿਸ਼ਾਨਦੇਹੀ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਹੈ ਸੀ। ਗੁਰ ਸਿੱਖਣ ਕੋ ਭਇਓ ਆਧਾਰਾ, ਇਸ ਕਰਕੇ ਇੱਥੇ ਬੜੇ ਸਿੱਖਾਂ ਦਾ ਗੁਰਬਾਣੀ ਪੜ੍ਹ ਕੇ ਹੁਣ ਉਧਾਰ ਹੋ ਰਿਹਾ ਹੈ। ਇਹ ਗੁਰਬਾਣੀ ਬੜੇ ਹੀ ਸਿੱਖਾਂ ਦਾ ਆਸਰਾ ਬਣ ਰਹੀ ਹੈ। ਹੋਏ ਭਵਿੱਖਤ ਵਿਖੈ ਅਪਾਰਾ, ਤੇ ਅੰਮ੍ਰਿਤਸਰ ਜਿਹੜਾ ਪਾਵਨ ਸਥਾਨ ਹੈ, ਸਿੱਖੀ ਦਾ ਆਸਰਾ ਮੰਨਿਆ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਸਿੱਖਾਂ ਦਾ ਜਿਹੜਾ ਆਸਰਾ ਹੋਵੇਗਾ, ਤੇ ਬੜੇ ਬੜੇ ਸਿੱਖਾਂ ਦਾ
ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਮਿਟਹਿ ਨ ਸਿੱਖੀ ਇਨਹ ਅਲੰਬ। ਆਉਣ ਵਾਲੇ ਸਮੇਂ ਵਿੱਚ ਸਿੱਖੀ ਮਿਟੇਗੀ ਨਹੀਂ। ਕਿਉਂਕਿ ਇੱਕ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਤੇ ਦੂਜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਇਹ ਦੋ ਆਸਰੇ ਅਸੀਂ ਸਿੱਖਾਂ ਨੂੰ ਮਹਾਰਾਜ ਕਹਿੰਦੇ ਦਿੱਤੇ ਹੈ। ਆਉਣ ਵਾਲੇ ਯੁੱਗਾਂ ਤੱਕ ਕਦੇ ਸਿੱਖੀ ਮਿਟੇਗੀ ਨਹੀਂ। ਸਰੋਵਰ ਤੀਰਥ ਜਿਹੜਾ ਹੈ ਇਸ਼ਨਾਨ, ਇਹ ਤੇ ਦੂਜਾ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਗੁਰਬਾਣੀ ਤੇ ਇਹ ਮਹਾਰਾਜ ਦਾ ਸਰੂਪ, ਇਹ ਸਿੱਖੀ ਦਾ ਬੜਾ ਵੱਡਾ ਆਸਰਾ ਧੁਰਾ ਹਨ। ਗੁਰ ਕੋ ਮਾਨਹਿ ਸਦਾ ਕਦੰਬ। ਤੇ ਜਿਹੜੇ ਸਿੱਖ ਹੈ ਨਾ ਹੁਣ ਸਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਿਆ ਕਰਨਗੇ। ਜੋ ਨਰ ਹਿਤ ਧਰ ਸੁਨਹਿ ਸੁਨਾਵੈ। ਜਿਹੜਾ ਵੀ ਸਿੱਖ ਇਹ ਪਾਵਨ ਗੁਰਬਾਣੀ ਨੂੰ ਮਹਾਰਾਜ ਕਹਿੰਦੇ ਪ੍ਰੇਮ ਰੱਖ ਕੇ ਸੁਣੇਗਾ ਤੇ ਗਾਂ ਸੁਣਾਇਆ ਕਰੇਗਾ। ਤਿਨ ਤਿਨ ਕੋ ਜਨਮ ਮਰਨ, ਤਿਨ ਕੋ ਜਨਮ ਮਰਨ ਛੁੱਟ ਜਾਵੈ। ਉਹਨਾਂ ਦਾ ਜਨਮ ਤੇ ਮਰਨ ਜਿਹੜਾ ਨਾ ਉਹ ਛੁੱਟ ਜਾਇਆ ਕਰੇਗਾ। ਮਹਾ ਮਹਾਤਮ ਹੈ ਗੁਰਬਾਣੀ। ਤੇ ਗੁਰਬਾਣੀ ਪੜਨ ਦਾ, ਸੁਣਨ ਦਾ ਤੇ ਅੱਗੇ ਸੁਣਾਉਣ ਦਾ ਭਾਈ ਬੜਾ ਵੱਡਾ ਮਹਾਤਮ ਹੈ, ਬਹੁਤ ਭਾਰੀ ਫਲ ਮਿਲਦਾ ਹੈ। ਤਜਹਿ ਕਸ਼ਟ ਕੋ ਲੱਖਾਂ ਪ੍ਰਾਨੀ। ਗੁਰਬਾਣੀ ਪੜ੍ਹ ਕੇ, ਗੁਰਬਾਣੀ ਸੁਣ ਕੇ ਤੇ ਗਾਂ ਸੁਣਾ ਕੇ ਲੱਖਾਂ ਲੋਕ ਜਿਹੜੇ ਐ ਉਹ ਆਪਣਾ ਕਸ਼ਟ ਛੱਡਿਆ ਕਰਨਗੇ, ਦੁੱਖ ਉਹਨਾਂ ਦੇ ਦੂਰ ਹੋਇਆ ਕਰਨਗੇ, ਮਨ ਸੁੱਕਾ ਹਰਿਆ ਹੋਇਆ। ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ RAM। ਸੁਣ ਗੁਰਮੁਖ ਤੇ ਹਰਖੇ ਸਾਰੇ। ਤੋ ਗੁਰੂ ਅਰਜਨ ਦੇ ਪਾਤਸ਼ਾਹ ਦੇ ਮੁਖੋਂ ਗੁਰਬਾਣੀ ਦੀ ਸੋਭਾ ਉਸਤਤੀ ਸੁਣ ਕੇ ਸਾਰੇ ਖੁਸ਼ ਹੋਏ ਹਨ। ਕਰੇ ਸਰਾਹਣ ਸੋ ਜਸ ਉਚਾਰੇ। ਤੇ ਪਾਤਸ਼ਾਹ ਦੀ ਬੜੀ ਸੋਭਾ, ਸਾਰੀ ਵਡਿਆਈ ਸੰਗਤ ਕਰ ਰਹੀ ਹੈ। ਜਾਮ ਦਿਵਸ ਤਹ ਬੈਠੇ ਆਇਓ। ਤੋ ਸਾਧ ਸੰਗਤ ਜੀ ਇੱਕ ਪਹਿਰ ਦਿਨ ਜਿਹੜਾ ਹੈ ਨਾ ਉਹ ਲੰਘ ਗਿਆ ਇੱਥੇ ਬੈਠਿਆਂ ਹੋਇਆਂ। ਪੁਣ ਸਭ ਹਿਨ ਤਹ ਸੀਸ ਨਿਵਾਇਓ। ਫਿਰ ਸਾਰਿਆਂ ਨੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ ਸੀਸ ਨਵਾਉਣਾ ਕੀਤਾ। ਉਠ ਗਮਨੇ ਪ੍ਰਦਛਨਾ ਧਾਰੇ। ਉੱਠ ਕੇ ਸਭ ਸੰਗਤਾਂ ਤੁਰੀਆਂ, ਪਰਿਕਰਮਾ ਕੀਤੀਆਂ ਹਨ। ਲੀਨੇ ਸੰਗ ਆਪਣੇ ਸਾਰੇ। ਤੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਾਰੀ ਸੰਗਤ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕੀਤੀਆਂ ਹਨ। ਬਾਹਰੋਂ ਬਹਿਰ ਪਰਿਕਰਮਾ ਫਿਰੇ। ਫਿਰ ਬਾਹਰਲੀ ਪਰਿਕਰਮਾ, ਪਹਿਲਾਂ ਅੰਦਰਲੀ ਪਰਿਕਰਮਾ ਕੀਤੀ ਹੈ, ਫਿਰ ਉੱਪਰਲੀ ਬਾਹਰਲੀ ਪਰਿਕਰਮਾ ਕੀਤੀ ਹੈ। ਪੌਰ ਦਰਸ਼ਨੀ ਬੰਦਨ ਕਰੇ। ਫਿਰ ਜਿਹੜਾ ਦਰਸ਼ਨੀ ਦਰਵਾਜ਼ਾ, ਦਰਸ਼ਨੀ ਡਿਉੜੀ ਸਾਹਿਬ, ਇਹਦੇ ਸਾਹਮਣੇ ਆ ਕੇ ਨਮਸਕਾਰ ਕਰ ਦਿੱਤੀ ਹੈ। ਤਹ ਤੇ ਚੱਲ ਨਿਜ ਘਰ ਕੋ ਆਏ। ਇੱਥੋਂ ਚੱਲ ਕੇ ਪਾਤਸ਼ਾਹ ਸੰਗਤਾਂ ਸਮੇਤ ਗੁਰੂ ਕੇ ਮਹਿਲ ਆਪਣੇ ਘਰ ਆਏ ਹਨ। ਮੋਹਣ ਆਦ ਸੰਗ ਸਮੁਦਾਏ। ਧੰਨ ਬਾਬਾ ਮੋਹਨ ਜੀ ਵੀ ਨਾਲ ਹੈ, ਹੋਰ ਬੜੀ ਸਿੱਖ ਸੰਗਤ ਨਾਲ ਹੈ। ਥਾਨ ਬੈਠਬੇ ਕੋ ਤਹ ਗਏ। ਤੋ ਜਿੱਥੇ ਕੋ ਥਾਂ ਬਹਿਣ ਯੋਗ ਬਣਿਆ ਹੋਇਆ ਹੈ, ਜਥਾ ਥਾਂ ਮਿਲੀ ਉੱਥੇ ਬੈਠ ਗਏ ਸਾਰੇ ਹੀ। ਸਰਬ ਜਥੋ ਚਿਤ ਥਲ ਥਿਰ ਭਏ। ਸਭ ਆਪੋ ਆਪਣੀਆਂ ਥਾਵਾਂ ਤੇ ਟਿਕ ਗਏ ਹਨ, ਬੈਠ ਗਏ ਹਨ। ਬਾਹ ਸਵਾਦਨ ਜਤ ਬਨਿਓ ਆਹਾਰਾ। ਇੰਨੇ ਨੂੰ ਸਾਧ ਸੰਗਤ ਜੀ, ਕਿਉਂਕਿ ਤਕਰੀਬਨ 9-10 ਦਾ ਦਿਨ ਦਾ ਸਮਾਂ ਹੋ ਚੁੱਕਾ ਸੀ ਤੇ ਗੁਰੂ ਘਰ ਦੇ ਵਿੱਚ ਬੜਾ ਸੁੰਦਰ ਪ੍ਰਸ਼ਾਦਾ ਸਵਾਦਾਂ ਦੇ ਸਹਿਤ ਮਾਤਾ ਜੀ ਨੇ ਤਿਆਰ ਕਰ ਛੱਡਿਆ ਹੈ। ਧਰ ਧਰ ਥਾਰ ਸਭਨ ਕੋ ਖਵਾਰਾ। ਤੇ ਸਿੱਖਾਂ ਜਿਹੜੇ ਵਰਤਾਵੇ ਉਹਨਾਂ ਨੇ ਥਾਲ ਰੱਖ ਦਿੱਤੇ, ਪੰਗਤਾਂ ਬਣ ਗਈਆਂ, ਸਾਰੀ ਸੰਗਤ ਨੂੰ ਛਕਾਉਣਾ ਕੀਤਾ ਹੈ। ਕ੍ਰਿਸ਼ਨ ਚੰਦ ਆਦਿਕ ਤ੍ਰਿਪਤਾਏ। ਗੁਰੂ ਹਰਗੋਬਿੰਦ ਸਾਹਿਬ ਦੇ ਨਾਨਾ ਲੱਗਦੇ ਬਾਬਾ ਕ੍ਰਿਸ਼ਨ ਚੰਦ ਜੀ ਮਓ ਵਾਸੀ ਛਕ ਕੇ ਬੜੇ ਖੁਸ਼ ਹੋਏ ਹਨ। ਮਹਾਦੇਵ ਪੁਨ ਚੱਲ ਕਰ ਆਏ। ਤੋ ਇੰਨੇ ਨੂੰ ਸਾਧ ਸੰਗਤ ਜੀ ਸਤਿਗੁਰਾਂ ਦੇ ਵੱਡੇ ਭਰਾਤਾ ਬਾਬਾ ਮਹਾਦੇਵ ਮਹਾਂਪੁਰਖ ਵੀ ਚੱਲ ਕੇ ਆ ਗਏ। ਇਹ ਹੈ ਨਹੀਂ ਸੀ ਇੱਥੇ, ਭਾਵ ਆਪਣੇ ਘਰ ਵਿੱਚ ਸਨ ਤੇ ਪ੍ਰਸ਼ਾਦਾ ਛਕ ਰਹੀ ਸੀ ਸੰਗਤ, ਜਦੋਂ ਬਾਬਾ ਮਹਾਦੇਵ ਜੀ ਆ ਗਏ ਹਨ। ਮਿਲ ਬੈਠੇ ਸਗਰੇ ਇੱਕ ਥਾਨਾ। ਤੇ ਸਾਰੇ ਨਾਨਕੇ ਪਰਿਵਾਰ ਨੂੰ ਬਾਬਾ ਮਹਾਦੇਵ ਜੀ ਮਿਲੇ, ਸਭ ਨੂੰ ਨਮਸਕਾਰ ਕਰਕੇ ਬੈਠ ਗਏ ਹਨ। ਕਰਹਿ ਪਰਸਪਰ ਬਾਕ ਬਖਾਨਾ। ਤੇ ਆਪਸ ਵਿੱਚ ਪ੍ਰਸ਼ਾਦਾ ਛਕਣ ਤੋਂ ਬਾਅਦ ਗੱਲਾਂ ਚੋਂ ਗੱਲ ਚੱਲਦੀ ਹੈ, ਗੱਲਾਂ ਆਪਸ ਵਿੱਚ ਸੁੱਖ ਸਾਂਦ ਦੀਆਂ ਪਰਿਵਾਰ ਬਹਿ ਕੇ ਕਰਦੇ ਹਨ। ਪ੍ਰਿਥੀਏ ਕਹਾਂ ਕਰਿਓ ਨਹਿ ਆਇਓ। ਤੇ ਜਿਹੜੇ ਨਾਨਕੇ ਆ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ, ਇਹ ਗੋਇੰਦਵਾਲ ਵਾਲੇ, ਉਹ ਬਾਬਾ ਮੋਹਰੀ ਜੀ ਵਰਗੇ, ਬਾਬਾ ਮੋਹਨ ਜੀ ਵਰਗੇ ਕਹਿੰਦੇ ਆ ਵੀ ਪ੍ਰਿਥੀ ਚੰਦ ਨੇ ਬੜਾ ਕੀ ਪਖੰਡ ਕੀਤਾ ਵੀ ਘਰ ਵਿੱਚ ਵਿਆਹ ਹੋਵੇ ਤੇ ਲੜਕੇ ਦਾ ਤਾਇਆ ਨਾ ਆਇਆ ਹੋਵੇ, ਨਾ ਤਾਈ, ਨਾ ਉਹਦਾ ਪੁੱਤਰ।
ਤੋ ਪ੍ਰਿਥੀ ਚੰਦ ਨੇ ਚੰਗਾ ਨਹੀਂ ਕੀਤਾ, ਇਹ ਕੀ ਜਿਹੜਾ ਵੈ ਰੌਲਾ ਰਾਮ ਰੌਲਾ ਘਰ ਵਿੱਚ ਪਾਇਆ ਹੋਇਆ ਹੈ। ਕਿਉਂ ਦੁਖ ਪਾਏ ਵਿਰੋਧ ਉਠਾਇਓ। ਵੀ ਪਤਾ ਨਹੀਂ ਕੀ ਉਹਦੇ ਮਨ ਵਿੱਚ ਇਹੋ ਜਿਹਾ ਵੱਟ ਪਿਆ ਹੋਇਆ ਹੈ ਵੀ ਤੁਹਾਡੇ ਗੁਰੂ ਘਰ ਦੇ ਨਾਲੋਂ ਤਾਂ ਕਾਂਢੀ ਕਰ ਗਿਆ ਹੈ ਤੇ ਸਦਾ ਰੌਲਾ ਵਿਰੋਧ ਈਰਖਾ ਝਗੜਾ ਕਰਦਾ ਰਹਿੰਦਾ ਹੈ। ਸ਼੍ਰੀ ਗੁਰੂ ਰਾਮਦਾਸ ਕੇ ਹਾਥ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਹੱਥਾਂ ਤੋਂ। ਦੇ ਗੁਰਤਾ ਕੋ ਕਰਿਓ ਸਨਾਥ। ਹੇ ਗੁਰੂ ਅਰਜਨ ਦੇਵ ਜੀ, ਵੀ ਇਹਦੇ ਵਿੱਚ ਹੁਣ ਤੁਹਾਡਾ ਕੋਈ ਦੋਸ਼ ਨਹੀਂ। ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਤੁਹਾਨੂੰ ਜਿਹੜਾ ਤਿਲਕ ਲਾਇਆ ਹੈ, ਪਰਿਕਰਮਾ ਕੀਤੀਆਂ, 5 ਪੈਸੇ ਨਾਰੀਏਲ ਗੁਰਤਾ ਦਾ ਤਖਤ ਦੇ ਕੇ ਨਦਰੋ ਨਦਰ ਨਿਹਾਲ ਕੀਤਾ ਹੈ ਸੀ। ਅਪਰ ਯਤਨ ਤੇ ਕਿਆ ਹੋ ਨ ਪਾਵੈ। ਵੀ ਇਹ ਗੁਰੂ ਕੀ ਵਸਤ ਗੁਰੂ ਰਾਮਦਾਸ ਮਹਾਰਾਜ ਨੇ ਜਿਹਨੂੰ ਪਸੰਦ ਆਇਆ, ਚੰਗਾ ਲੱਗਾ, ਦੇ ਦਿੱਤੀ, ਤੁਹਾਨੂੰ ਦੇ ਦਿੱਤੀ। ਵੀ ਜੇ ਹੋਰ ਕੋਈ ਆਖੇ ਵੀ ਮੈਂ ਯਤਨ ਕਰ ਲਵਾਂ, ਸਿਆਣਪ ਦੇ ਨਾਲ ਇਹ ਗੁਰਿਆਈ ਲੈ ਲਵਾਂ, ਇਹ ਇਸ ਤਰ੍ਹਾਂ ਤਾਂ ਹੱਥ ਆਉਣ ਵਾਲੀ ਵਸਤੂ ਨਹੀਂ ਹੈ। ਕਿਉਂ ਅਬ ਲਗ ਵੱਡ ਕਪਟ ਕਮਾਵੈ। ਤੇ ਚਲੋ ਹੁਣ ਤਾਂ ਤੁਹਾਨੂੰ ਗੁਰਤਾ ਮਿਲ ਗਈ ਹੈ ਤੇ ਪ੍ਰਿਥੀ ਚੰਦ ਨੂੰ ਹੁਣ ਕੀ ਧੱਕ ਵੱਜੀ ਹੈ। ਹੁਣ ਤੱਕ ਤੁਹਾਡੇ ਘਰ ਨਾਲ ਧੋਖੇ ਤੇ ਛਲ ਕਮਾਉਂਦਾ ਰਹਿੰਦਾ ਹੈ। ਅਬ ਕੇ ਬਿਛਰਿਓ ਮਿਲਹਿ ਨ ਕੈਸੇ। ਪਰ ਹੁਣ ਸਾਫ਼ ਲੱਗਦਾ ਵੀ ਜਿਵੇਂ ਵਿਆਹ ਤੇ ਨਹੀਂ ਨਾ ਪ੍ਰਿਥੀ ਚੰਦ ਆਇਆ, ਹੁਣ ਦੀ ਪਈ ਉਹੀ ਕਪਾਟ, ਹੁਣ ਦਾ ਪਿਆ ਹੋਇਆ ਪਾਠ ਜਿਹੜਾ ਵਿੱਚ ਘਰ ਦੇ ਅਸੀਂ ਹਿਸਾਬ ਲਾਇਆ ਵੀ ਪ੍ਰਿਥੀ ਰਿਸ਼ਤੇਦਾਰ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਵੀ ਮਹਾਰਾਜ ਹੁਣ ਲੱਗਦਾ ਨਹੀਂ ਕਦੇ ਪ੍ਰਿਥੀ ਚੰਦ ਇਸ ਘਰ ਵਿੱਚ ਵੜੇ, ਹੁਣ ਨਹੀਂ ਉਹਨੇ ਵਰਤਣਾ ਤੁਹਾਡੇ ਨਾਲ। ਆਗੈ ਸੰਤਤ ਰਹਿ ਹੈ ਤੈਸੇ। ਤੇ ਸਾਨੂੰ ਇਹ ਵੀ ਹੁਣ ਲੱਗਦਾ ਪਿਆ ਸਾਫ਼ ਹੀ ਵੀ ਜਿਵੇਂ ਪ੍ਰਿਥੀ ਚੰਦ ਨਹੀਂ ਨਾ ਇੱਥੇ ਵਰਤਦਾ ਕਿਸੇ ਨਾਲ ਤੁਹਾਡੇ ਨਾਲ, ਉਹਦੇ ਪੁੱਤਰ ਮਿਹਰਵਾਨ ਨੇ ਵੀ ਕੋਈ ਨਹੀਂ ਜੇ ਹੁਣ ਵਰਤਣਾ ਅੱਗੇ। ਨਹਿ ਕੁਛ ਸਮਝੀ ਭਾ ਮਤ ਮੰਦ। ਐਵੇਂ ਬੜਾ ਸਮਝਦਾਰ ਨਹੀਂ, ਅਸੀਂ ਸੋਚਦੇ ਸੀ ਚਲੋ ਵੱਡਾ ਪੁੱਤਰ ਹੈ ਸਮਝਦਾਰ ਹੋਵੇਗਾ, ਪਰ ਉਹਨੇ ਕੋਈ ਸਿਆਣਿਆਂ ਵਾਲੀ ਨਹੀਂ ਕੀਤੀ ਪ੍ਰਿਥੀ ਚੰਦ ਨੇ, ਬਹੁਤ ਮਾੜੀ ਮਤ ਵਾਲਾ ਖੋਟਾ ਨਿਕਲਿਆ ਹੈ। ਮਿਲਿਓ ਨਾ ਐਸੇ ਕਾਜ ਬਿਲੰਦ। ਵੀ ਐਡਾ ਵੱਡਾ ਸਮਾਗਮ ਘਰ ਵਿੱਚ ਭਤੀਜੇ ਦਾ ਵਿਆਹ ਹੋਵੇ ਤੇ ਆਇਆ ਨਹੀਂ, ਵੇਖ ਲਓ ਕਿੱਡੇ ਮਾੜੇ ਮਤ ਹੈ ਉਹਦੀ, ਕਿੱਡਾ ਹੰਕਾਰਿਆ ਹੋਇਆ, ਕਿੱਡਾ ਵਿਗੜਿਆ ਹੋਇਆ ਹੈ। ਸ਼੍ਰੀ ਅਰਜਨ ਸਭ ਸਾਥ ਬਖਾਨੀ। ਤੋ ਸਾਧ ਸੰਗਤ ਜੀ, ਮਾਮਿਆਂ ਤੋਂ ਤੇ ਇਹ ਨਾਨਕੇ ਪਰਿਵਾਰ ਤੋਂ ਸੁਣ ਕੇ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੇ ਰਿਸ਼ਤੇਦਾਰਾਂ ਨੂੰ ਆਖਿਆ ਹੈ, ਅਗ ਕੋ ਕਰਤ ਰਹਿਓ ਛਲਸਾਨੀ। ਮਹਾਰਾਜ ਕਹਿੰਦੇ ਵੀ ਹੁਣ ਦਾ ਨਹੀਂ, ਇਹ ਬੜੇ ਸਮੇਂ ਤੋਂ ਹੀ ਪ੍ਰਿਥੀ ਚੰਦ ਭਾਵੇਂ ਸਾਡਾ ਭਰਾ ਹੀ ਹੈ ਪਰ ਪਾਪ ਕਰਨੋਂ ਟਲਦਾ ਨਹੀਂ ਤੇ ਜਦੋਂ ਵੀ ਕਰਦਾ ਚਲਾਕੀ ਨਹੀਂ ਕਰਨੋਂ ਹਟਦਾ। ਇਹ ਸਦਾ ਹੀ ਧੋਖੇ ਫਰੇਬ ਤੇ ਪਾਪ ਦੀ ਬਿਰਤੀ ਰੱਖਦਾ ਹੈ, ਮਨ ਵਿੱਚ ਖੋਟ ਨਹੀਂ ਗਵਾਉਂਦਾ ਹੈ। ਹਰ ਗੋਬਿੰਦ ਕੇ ਮਾਰਨ ਕਾਰਨ। ਵੀ ਵੇਖ ਲਓ ਹੁਣ ਹਰਗੋਬਿੰਦ ਸਾਹਿਬ ਨੇ ਦਾ ਕੀ ਮਾੜਾ ਕੀਤਾ, ਪਰ ਜਿਉਂ ਹਰਗੋਬਿੰਦ ਸਾਹਿਬ ਜੀ ਜਨਮੇ ਆ ਨਾ, ਉਦੋਂ ਤੋਂ ਲੈ ਕੇ ਇਹਨਾਂ ਨੂੰ ਮਾਰਨ ਵਿੱਚ ਪਿੱਛੇ ਪਿਆ ਹੋਇਆ ਸੀ। ਕਰੇ ਅਨੇਕ ਕੀਓ ਗੁਰੂ ਉਬਾਰਨ। ਤੇ ਅਨੇਕਾਂ ਤਰ੍ਹਾਂ ਦੇ ਛਲ ਵੀ ਕੀਤੇ, ਕਦੇ ਦਾਈ ਦੇ ਅਸਥਾਨਾਂ ਨੂੰ ਦੁੱਧ ਲਾ ਕੇ ਨਾ ਦੋ ਜੀਆਂ ਭੇਜਿਆ, ਕਦੇ ਸੱਪ ਛਡਵਾਇਆ ਸਾਡੇ ਵਡਾਲੀ ਵਾਲੇ ਘਰ ਵਿੱਚ, ਤੇ ਝਗੜੇ ਤੋਂ ਡਰਦੇ ਅਸੀਂ ਟਾਲਾ ਕਰਕੇ ਵਡਾਲੀ ਚਲੇ ਗਏ ਨਾ, ਉੱਥੇ ਵੀ ਖਹਿੜਾ ਨਾ ਛੱਡਿਆ। ਫਿਰ ਜਦੋਂ ਕੁਝ ਸਾਲਾਂ ਬਾਅਦ ਇੱਥੇ ਆਏ ਤੇ ਫਿਰ ਬ੍ਰਾਹਮਣ ਨੂੰ ਖਰੀਦ ਕੇ ਪ੍ਰਿਥੀ ਚੰਦ ਨੇ ਦਹੀਂ ਵਿੱਚ ਜ਼ਹਿਰ ਦਵਾਇਆ ਸਾਡੇ ਪੁੱਤਰ ਨੂੰ। ਪਾਤਸ਼ਾਹ ਕਹਿੰਦੇ ਪਰ ਬੜੇ ਵਾਰੀ ਹੱਲੇ ਤਾਂ ਇਹਨਾਂ ਮਾਰੇ ਹੈ, ਪਰ ਗੁਰੂ ਨਾਨਕ ਪਾਤਸ਼ਾਹ ਨੇ ਹਮੇਸ਼ਾ ਹੱਥ ਰੱਖ ਕੇ ਬਖਸ਼ਿਸ਼ ਕੀਤੀ ਹੈ। ਤਉ ਬੇਨਤੀ ਹਮਨੇ ਕੀਨ। ਪਰ ਵੇਖੋ ਇਹ ਮਾਮਾ ਮੋਹਨ ਜੀ, ਅਸੀਂ ਇਹਨੇ ਸਾਡੇ ਨਾਲ ਕੀਤਾ ਬਹੁਤ ਕੁਝ ਹੈ, ਪਰ ਜਦੋਂ ਇਹ ਫਿਰ ਅੰਮ੍ਰਿਤਸਰ ਛੱਡ ਕੇ ਚੱਲਿਆ ਨਾ, ਅਸੀਂ ਫੇਰ ਇਹਨੂੰ ਬੜੀ ਵਾਰ ਹੱਥ ਬੰਨ ਕੇ ਬੇਨਤੀਆਂ ਕੀਤੀਆਂ ਸੀ। ਨਹਿ ਮਾਨਿਓ ਮਨ ਮਹਾਮਲੀਨ। ਵੀ ਇਹ ਮੇਰੇ ਭਰਾ ਪ੍ਰਿਥੀ ਚੰਦ ਵੀ ਮਨ ਦਾ ਖੋਟ ਗਵਾ ਕੇ ਸਾਡੇ ਨਾਲ ਰਹਿ ਲੈ, ਗੁਰਤਾ ਵੀ ਲੈ ਲਾ, ਅਸੀਂ ਇੱਥੋਂ ਚਲੇ ਜਾਂਦੇ ਹਾਂ, ਪਰ ਤੂੰ ਅੰਮ੍ਰਿਤਸਰ ਛੱਡ ਕੇ ਸਾਨੂੰ ਛੱਡ ਕੇ ਨਾ ਜਾ। ਪਰ ਮਨ ਦੇ ਮੈਲੇ ਨੇ ਹੇ ਮਾਮਾ ਮੋਹਨ ਜੀ ਸਾਡੀ ਇੱਕ ਬਚਨ ਬੇਨਤੀ ਨਾ ਸੁਣੀ ਸੀ। ਤੁਰਕਣ ਪਾਸ ਪੁਕਾਰੂ ਗਇਓ। ਤੇ ਇਥੋਂ ਗਿਆ ਤੇ ਜਾ ਕੇ ਤੁਰਕਾਂ ਦੇ ਪਾਸ ਫਰਿਆਦ ਕੀਤੀ ਸਾਨੂੰ ਫੜਾਉਣ ਦੀ ਬਾਬਤ। ਇੱਥੇ ਜਹਾਂਗੀਰ ਦੇ ਪਾਸ ਕਚਹਿਰੀਆਂ 'ਚ ਮੁਕੱਦਮੇ ਵੀ ਕਰਦਾ ਰਿਹਾ ਹੈ। ਕੁਛ ਨਾ ਬਸਾਏ ਤਾਂ ਬੈਠਤ ਭਇਓ। ਜਦੋਂ ਉੱਥੇ ਕੁਝ ਨਾ ਮਿਲਿਆ ਤੇ ਮਾਲਵੇ ਦੇ ਇੱਕ ਕੋਠਾ ਪਿੰਡ ਵਿੱਚ ਜਾ ਇਹਨੇ ਟੱਬਰ ਵਸਾ ਲਿਆ ਹੈ। ਲਿਖ ਅਰਦਾਸ ਪਠਿਓ ਪਕਵਾਨ। ਅਸੀਂ ਆਖਿਆ ਚਲੋ ਹੁਣ ਸਾਡੇ ਪੁੱਤਰ ਦਾ ਵਿਆਹ ਹੈ
ਤੇ ਅਸੀਂ ਆਪਣੇ ਪੁੱਤਰ ਦੇ ਵੱਡੇ ਤਾਏ ਨੂੰ ਜ਼ਰੂਰ ਸਦੀਏ, ਆਪਣੇ ਵੱਡੇ ਭਾਈ ਨੂੰ ਸਦੀਏ। ਪਿਤਾ ਗੁਰੂ ਰਾਮਦਾਸ ਮਹਾਰਾਜ ਦੀ ਥਾਂ ਹੈ। ਤੇ ਮਾਮਾ ਜੀ ਅਸੀਂ ਸਾਰਾ ਕੁਝ ਭੁਲਾ ਕਰਕੇ ਨਾ ਚਿੱਠੀ ਲਿਖ ਕੇ 5-7 ਸਿੱਖ ਭੇਜੇ ਤੇ 2 ਵਹਿੰਗੀਆਂ ਮਠਿਆਈ ਦੀਆਂ ਗੰਢ ਦੇ ਕੇ ਭੇਜੀ ਸੀ ਸੱਦੇ ਵਾਸਤੇ। ਪਿਖ ਕਹਿ ਕਰਾਂ ਪ੍ਰਾਣ ਤਿਨਹਾਨ। ਤੇ ਸਿੱਖਾਂ ਨੂੰ ਵੇਖ ਕੇ ਚਿੱਠੀ ਪੜ੍ਹ ਕੇ ਕਹਿੰਦਾ, ਤੁਸੀਂ ਕਿਹੜੇ ਭਰਾ ਦੀ ਗੱਲ ਕਰਦੇ ਹੋ? ਅਰਜੁਨ ਦੇਵ ਮੇਰਾ ਵੈਰੀ ਹੈ, ਮੈਂ ਉਹਨਾਂ ਦੇ ਵਿਆਹ ਤੇ ਨਹੀਂ ਜਾਣਾ। ਮੱਥੇ ਉਦੋਂ ਲੱਗਾਂਗਾ ਜਦੋਂ ਇਹਨਾਂ ਦੋਹਾਂ ਜੀਆਂ ਨੂੰ ਪੁੱਤਰ ਦੇ ਸਮੇਤ ਮਰਵਾ ਦੇਵਾਂਗਾ ਤੇ ਜਾਂ ਮੈਂ ਕੈਦ ਕਰਵਾ ਦੇਵਾਂਗਾ। ਵੀ ਉਹ ਤਾਂ ਐਸੀਆਂ ਗੱਲਾਂ ਹੁਣ ਕਰ ਰਿਹਾ ਹੈ। ਅਬ ਤੇ ਹਮਨੇ ਤਿਆਗਨ ਕਰਿਓ। ਇਸ ਕਰਕੇ ਅੱਗੇ ਤਾਂ ਅਸੀਂ ਬਹੁਤ ਪ੍ਰੇਮ ਕਰਦੇ ਰਹੇ, ਪਰ ਜਦੋਂ ਹੁਣ ਨਹੀਂ ਸੁਧਰਦਾ, ਇਸ ਕਰਕੇ ਅਸੀਂ ਭਾਈ ਤੁਹਾਨੂੰ ਰਿਸ਼ਤੇਦਾਰਾਂ ਨੂੰ ਵੀ ਦੱਸ ਰਹੇ ਹਾਂ ਵੀ ਅਸੀਂ ਵੀ ਹੁਣ ਉਹਦਾ ਤਿਆਗ ਕਰ ਦਿੱਤਾ, ਕਿਉਂਕਿ ਸਾਡੇ ਸਿੱਖਾਂ ਨੂੰ ਵੀ ਮਾੜਾ ਬੋਲਦਾ ਹੈ। ਮਿਲਿਓ ਨਾ ਮਰਨੇ ਪਰਨੇ ਬਰਿਓ। ਕਿਉਂਕਿ ਜਦੋਂ ਜੰਮਣ ਮਰਨ ਤੇ ਛੱਡ ਗਿਆ ਸਾਡੇ ਨਾਲ ਵਰਤਣਾ, ਇਹੀ ਸਾਕ ਰਿਸ਼ਤੇਦਾਰੀ ਦਾ ਜਿਹੜਾ ਉਹ ਸਾਥ ਹੁੰਦਾ ਹੈ, ਆਸਰਾ ਹੁੰਦਾ ਹੈ ਵੀ ਕੋਈ ਜੰਮੇ ਮਰੇ ਤੇ ਪਹੁੰਚੇ। ਪਰ ਜਦੋਂ ਖੁਸ਼ੀ ਗਮੀ ਵੀ ਛੱਡ ਗਿਆ, ਨਾ ਵਿਆਹ ਨਾ ਜੰਮੇ ਨਾ ਮਰੇ ਤੇ ਆਉਂਦਾ ਹੈ, ਫਿਰ ਅਸੀਂ ਇਹੋ ਜਿਹੇ ਭਰਾਤਾ ਦਾ ਕੀ ਕਰਨਾ ਹੈ। ਅਸੀਂ ਹੁਣ ਛੱਡ ਦਿੱਤਾ, ਅਸੀਂ ਵੀ ਨਹੀਂ ਉਹਦੇ ਨਾਲ ਮੇਲ ਕਰਾਂਗੇ। ਸੁਣ ਕੋ ਕਰਮ ਕੋ ਸਗਰੇ ਨਿੰਦਾ ਹੈ। ਤੋ ਪ੍ਰਿਥੀ ਚੰਦ ਦੀਆਂ ਖੁਟਿਆਈਆਂ ਜਾਣ ਜਾਣ ਕੇ ਸਾਧ ਸੰਗਤ ਜੀ ਸਾਰੇ ਹੀ ਪ੍ਰਿਥੀ ਚੰਦ ਦੀ ਨਿੰਦਾ ਕਰਦੇ, ਕਹਿੰਦੇ ਬਹੁਤ ਮਾੜਾ ਕਰ ਰਿਹਾ ਹੈ। ਕਪਟੀ ਕ੍ਰੋਧੀ ਕਲਹੀ ਬਿੰਦਾ ਹੈ। ਤੇ ਬੜਾ ਕਪਟੀ ਹੈ, ਕ੍ਰੋਧੀ ਬਹੁਤ ਹੈ ਤੇ ਸਦਾ ਝਗੜਾ ਕਰਦਾ, ਬੜੀ ਕਲਹ ਪਾਉਂਦਾ ਰਹਿੰਦਾ ਹੈ। ਇਤਿਆਦਿਕ ਬਹ ਬਾਤਨ ਕਰਤੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਬੜੀਆਂ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਨਾਨਕਾ ਪਰਿਵਾਰ ਪਾਤਸ਼ਾਹ ਜੀ ਦੇ ਨਾਲ। ਸ਼੍ਰੀ ਅਰਜਨ ਕੋ ਜਸ ਉਚਰਤੇ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਾਰੇ ਹੀ ਸ਼ੋਭਾ ਕਰਦੇ ਵੀ ਮਹਾਰਾਜ ਤੁਹਾਡੇ ਵਰਗੀ ਨਿਮਰਤਾ ਕਿਸੇ ਹੋਰ ਵਿੱਚ ਨਹੀਂ, ਨੇ ਤਾਂ ਪੁੱਤ ਨੂੰ ਜ਼ਹਿਰ ਦਿੱਤਾ ਹੋਵੇ ਤੇ ਫਿਰ ਵੀ ਕੋਈ ਤਰਲੇ ਕਰੇ, ਆਪ ਵਰਗਾ ਕੋਈ ਹੋਰ ਨਹੀਂ ਹੈ। ਪੁਨ ਆਹਾਰ ਸਭ ਹਿਨ ਕਹ ਦੀਨੋ। ਫਿਰ ਸਾਧ ਸੰਗਤ ਜੀ ਸਾਰੇ ਨੇ ਨੂੰ ਜਿਹੜੇ ਰਹਿ ਗਏ ਸੀ ਪ੍ਰਸ਼ਾਦਾ ਛਕਣ ਵਾਲੇ, ਉਹਨਾਂ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਹੈ। ਮਹਾਦੇਵ ਹਿਤ ਧਾਰ ਪ੍ਰਬੀਨੋ। ਬਾਬਾ ਮਹਾਦੇਵ ਜੀ ਨੇ ਬੜਾ ਪ੍ਰੇਮ ਕਰਕੇ ਸ਼੍ਰੀ ਅਰਜਨ ਜੁਤ ਮੇਲ ਜਿਸਾਰੋ। ਪ੍ਰਸ਼ਾਦਾ ਹੁਣ ਬਾਬਾ ਮਹਾਦੇਵ ਜੀ ਮਗਰੋਂ ਆਏ ਸੀ, ਇਹਨਾਂ ਨੂੰ ਪ੍ਰਸ਼ਾਦਾ ਛਕਾਇਆ। ਫਿਰ ਜਿੰਨਾ ਕੋਈ ਮੇਲ ਆਇਆ ਹੋਇਆ, ਸਾਰੇ ਮੇਲ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਜਾਏ ਕਰਿਓ ਤਿਹ ਸਾਧਨ ਆਹਾਰੋ। ਮਹਾਰਾਜ ਦੇ ਘਰ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਦਿਨ ਪ੍ਰਤ ਨਹੀਂ ਪ੍ਰੀਤ ਉਪਜਾਵੈ। ਬੜੀ ਨਵੀਂ ਪ੍ਰੀਤੀ ਪੈਦਾ ਹੋ ਰਹੀ, ਦਿਨ ਬਰ ਦਿਨ ਬਹੁਤ ਖੁਸ਼ੀਆਂ ਚਾਅ ਵੱਧ ਰਹੇ ਹਨ ਗੁਰੂ ਘਰ ਅੰਦਰ। ਬਿਨ ਜਾਣੇ ਨਿਸ ਦਿਓਸ ਬਿਤਾਵੈ। ਤੇ ਜਿਹੜੇ ਉਹ ਆਏ ਹੋਏ ਨਾ ਮੇਲ, ਹੁਣ ਸਾਧ ਸੰਗਤ ਜੀ ਤਕਰੀਬਨ 5 7 8 8 ਦਿਨ ਵੀ ਕਈਆਂ ਨੂੰ ਆਇਆਂ ਨੂੰ ਹੋ ਗਏ ਹੈ, ਪਰ ਉਹ ਮੇਲ ਮਨ ਵਿੱਚ ਜਾਣਦਾ ਵੀ ਦਿਨ ਸਾਡੇ ਐਂ ਲੰਘ ਰਹੇ ਵੀ ਸਾਨੂੰ ਦਿਨ ਲੰਘਿਆਂ ਦਾ ਪਤਾ ਨਹੀਂ ਲੱਗ ਰਿਹਾ ਵੀ ਕਿੰਨੇ ਕੁ ਦਿਨ ਲੰਘ ਗਏ ਹਨ। ਬਾਸੁਰ ਪੰਚ ਬਿਤੇ ਇਸ ਰੀਤ। ਕਹਿੰਦੇ ਸੱਚੇ ਪਾਤਸ਼ਾਹ ਸਾਨੂੰ 5 ਦਿਨ ਵੇਖੋ ਲੰਘ ਗਏ ਇੱਥੇ ਵਿਆਹ ਤੇ ਹਰਗੋਬਿੰਦ ਸਾਹਿਬ ਦੇ ਆਇਆ ਹੋਇਆਂ। ਸਮ ਘਟਿਕਾ ਕੇ ਜਾਣ ਸੁਚੀਤ। ਤੇ ਸਾਨੂੰ ਇਉਂ ਲੱਗਦਾ ਵੀ ਜਿਵੇਂ ਵੱਧ ਤੋਂ ਵੱਧ ਕੋਈ 24-25 ਮਿੰਟ 1-2 ਘੜੀਆਂ ਹੋਈਆਂ ਹੋਣ। 5 ਦਿਨ ਸਾਡੇ 1-2 ਘੜੀਆਂ ਵਾਂਗੂ ਇੰਨੇ ਖੁਸ਼ੀ ਨਾਲ ਸੌਖੇ ਲੰਘ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ ਵੀ 5 ਦਿਨ ਕਿਵੇਂ ਲੰਘ ਗਏ ਹਨ। ਨਿਜ ਨਿਜ ਸਦਨ ਜਾਨ ਕੋ ਸਾਰੇ। ਤੇ ਪਾਤਸ਼ਾਹ ਦੇ ਪਾਸ ਹੁਣ ਸਾਰੇ ਵਿਦਾਇਗੀ ਲੈਣੀ ਚਾਹੁੰਦੇ ਆ ਵੀ ਆਪੋ ਆਪਣੇ ਘਰਾਂ ਨੂੰ ਜਾਈਏ। ਹੋਏ ਕਰ ਬਹ ਬੇਬਸੇ ਉਚਾਰੇ। ਜਦੋਂ ਹੁਣ ਘਰਾਂ 'ਚ ਸਰਦਾ ਨਾ ਵੇਖ ਕੇ ਨਾ ਸਾਧ ਸੰਗਤ ਜੀ ਨਹੀਂ ਕਰਦਾ ਕਿਸੇ ਦਾ ਵੀ ਜਾਣ ਨੂੰ ਹਰਗੋਬਿੰਦ ਸਾਹਿਬ ਦੇ ਵਿਆਹ ਤੋਂ ਬਾਅਦ ਵੀ, ਪਰ ਬੇਵਸ ਜੇ ਘਰਾਂ ਦੇ ਕੰਮਕਾਰ ਕਬੀਲਦਾਰੀਆਂ ਦੇ ਜ਼ੋਰ ਪਾਏ ਤੇ ਘਰ ਸਾਂਭਣ ਕਰਕੇ ਨਾ ਬੇਬਸ ਹੋਏ ਹੋਏ ਇਹਨਾਂ ਸਾਰੇ ਰਿਸ਼ਤੇਦਾਰਾਂ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ। ਬਸ ਸਨੇਹ ਕੇ ਗਇਓ ਨ ਜਾਵਤ। ਮਹਾਰਾਜ ਵੀ ਪ੍ਰੇਮ ਤੇ ਤੁਹਾਡਾ ਜਿਹੜਾ ਮੋਹ ਹੈ ਨਾ, ਹੁਣ ਸਾਨੂੰ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ, ਸਾਡਾ ਚਿੱਤ ਨਹੀਂ ਕਰਦਾ ਵੀ ਤੁਹਾਥੋਂ ਦੂਰ ਹੋਈਏ ਜੀ। ਨਿਸ ਦਿਨ ਬਸਬੇ ਪੁਰੀ ਉਮਾਹਤ। ਵੇਖੋ ਸਾਡਾ ਤਾਂ ਦਿਲ ਕਰਦਾ ਵੀ ਅਸੀਂ ਸਾਰਾ ਕੁਝ ਉੱਥੋਂ ਵੇਚ ਵੱਟ ਕੇ ਪੱਕੇ ਹੀ ਅੰਮ੍ਰਿਤਸਰ ਸਾਹਿਬ ਆ ਜਾਈਏ, ਇੰਨਾ ਜੀ ਲੱਗਦਾ ਨਗਰੀ ਅੰਦਰ। ਵਸਤਰ ਵਿਭੂਖਣ ਦੇ ਕਰ ਸੋਹਨ। ਤੇ ਮਹਾਰਾਜ ਹੁਣ ਸਾਨੂੰ ਜਾ ਲੈਣ ਦੋ, ਆਗਿਆ ਬਖਸ਼ੋ ਪਾਤਸ਼ਾਹ ਜੀ। ਗਰੀਬ ਨਵਾਜ ਨੇ ਸਾਧ ਸੰਗਤ ਜੀ ਬੜਾ ਸਤਿਕਾਰ ਕੀਤਾ,
ਵਸਤਰ ਦਿੱਤੇ ਸਾਰੇ ਰਿਸ਼ਤੇਦਾਰਾਂ ਜਾਂ ਜਿਹੜੇ ਸਿੱਖ ਮਗਰੋਂ ਗਏ, ਤੇ ਸਾਰਿਆਂ ਨੂੰ ਕੁਝ ਗਹਿਣੇ ਆਦਿਕ ਵੀ ਦਿੱਤੇ ਹਨ। ਕਰੇ ਵਿਸਰਜਨ ਮੋਹਰੀ ਮੋਹਨ। ਸਾਰਿਆਂ ਤੋਂ ਪਹਿਲਾਂ ਆਪਦੇ ਨਾਨਕੇ ਪਰਿਵਾਰ ਗੁਰੂ ਅਮਰਦਾਸ ਪਾਤਸ਼ਾਹ ਦੇ ਘਰ ਵਾਲੇ ਜਿਹੜੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਦੋਵੇਂ ਮਾਮੀਆਂ ਮਹਾਰਾਜ ਦੀਆਂ, ਤੇ ਇਹ ਨਾਨੇ ਦੇ ਪੋਤਰੇ ਜਾਂ ਮਾਮੇ ਦੇ ਪੁੱਤ ਜਿਹੜੇ ਆਨੰਦ ਤੇ ਸੰਸਰਾਮ ਆਏ ਹੋਏ ਆ, ਇਹਨਾਂ ਸਾਰੇ ਪਰਿਵਾਰ ਨੂੰ ਕੱਪੜੇ ਔਰ ਮਾਤਾ ਗੰਗਾ ਜੀਆਂ ਹੋਰ ਬੇਸ਼ਕੀਮਤੀ ਗਹਿਣੇ ਆਦਿਕ ਦਿੱਤੇ, ਤੇ ਇਹਨਾਂ ਨੂੰ ਪਹਿਲਾਂ ਤੋਰਨਾ ਕੀਤਾ ਮਠਿਆਈਆਂ ਦੇ ਦੇ ਕੇ। ਸੰਸਰਾਮ ਕੇ ਸੰਗ ਆਨੰਦ। ਇੱਕ ਬਾਬਾ ਸੰਸਰਾਮ ਮਹਾਰਾਜ ਦਾ ਪੋਤਰਾ ਗੁਰੂ ਅਮਰਦਾਸ ਜੀ ਦਾ, ਹੋਰ ਆਨੰਦ ਜੀ ਬਾਬਾ। ਸਭ ਕੇ ਔਰ ਉਪਜਾਏ ਆਨੰਦ। ਸਾਰਿਆਂ ਦੇ ਹਿਰਦੇ ਵਿੱਚ ਜਾਣ ਲੱਗਿਆਂ ਬੜਾ ਆਨੰਦ ਪੈਦਾ ਹੋ ਰਿਹਾ ਹੈ। ਤਿਮ ਦਾਤੂ ਕੋ ਦੀਨ ਸਦਾਤ। ਤੋ ਸਾਧ ਸੰਗਤ ਜੀ ਫਿਰ ਇਹ ਇਕੱਠੇ ਹੀ ਆਏ ਸੀ ਨਾ, ਗੋਇੰਦਵਾਲ ਵਾਲੇ ਤੇ ਖਡੂਰ ਵਾਲੇ, ਕਿਉਂ ਲਾਗੇ ਲਾਗੇ ਆ ਪਿੰਡ ਦੋਵੇਂ। ਤੇ ਫਿਰ ਬਾਬਾ ਦਾਤੂ ਜੀ ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਆ, ਉਹਨਾਂ ਦੇ ਪਰਿਵਾਰ ਨੂੰ, ਮਾਈਆਂ ਨੂੰ ਬਹੁਤ ਦਾਤਾਂ ਮਹਾਰਾਜ ਨੇ, ਲੀੜਾ ਕੱਪੜਾ, ਸੁੰਦਰ ਬਸਤਰ, ਗਹਿਣੇ ਗੱਟੇ, ਬੜੀ ਮਠਿਆਈ ਆਦਿਕ ਦੇਣਾ ਕੀਤੀ ਹੈ। ਦਾਰਾ ਸਹਿਤ ਹਰਖ ਧਰ ਗਾਤ। ਤੇ ਸਾਰਿਆਂ ਨੇ ਸਰੀਰਾਂ ਦੇ ਵਿੱਚ ਬੜੀ ਖੁਸ਼ੀ ਧਾਰੀ, ਮਾਈਆਂ ਵੀ ਬਹੁਤ ਖੁਸ਼ ਪ੍ਰਸੰਨ ਹਨ। ਹਰ ਗੋਬਿੰਦ ਸੰਗ ਕਰ ਕਰ ਪਿਆਰ। ਇਸ ਤਰ੍ਹਾਂ ਮਹਾਰਾਜ ਦੇ ਨਾਨਕੇ ਤੇ ਖਡੂਰ ਸਾਹਿਬ ਵਾਲਾ ਪਰਿਵਾਰ ਪਾਤਸ਼ਾਹ ਦੂਜੇ ਦਾ, ਉਹ ਹਰਗੋਬਿੰਦ ਸਾਹਿਬ ਦੇ ਨਾਲ ਬੜਾ ਪ੍ਰੇਮ ਲਾਡ ਪਿਆਰ ਕਰਦਾ ਕਰਦਾ ਮਿਲਹਿ ਤ੍ਰਿਆ ਗਨ ਬਾਰੰਬਾਰ। ਤੇ ਮਾਈਆਂ ਜਿਹੜੀਆਂ ਉਹ ਮਹਾਰਾਜ ਦੀਆਂ ਮਾਮੀਆਂ ਤੇ ਧੰਨ ਮਾਤਾ ਗੰਗਾ ਜੀ ਵਾਰ-ਵਾਰ ਇੱਕ ਦੂਜੇ ਦੇ ਗਲ ਲੱਗਦੀਆਂ ਹਨ। ਨਿਜ ਘਰ ਕੋ ਗਮਨੇ ਮਗ ਮਾਹੀ। ਤੇ ਇਸ ਤਰ੍ਹਾਂ ਸਾਧ ਸੰਜੀ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਵਾਲਾ ਪਰਿਵਾਰ ਇਕੱਠਾ ਹੀ ਆਇਆ ਸੀ, ਤੇ ਇਕੱਠੇ ਹੀ ਸਾਰੇ 2-4 ਗੱਡੇ ਭਰ ਕੇ ਤੁਰ ਪਏ ਹਨ। ਸ਼੍ਰੀ ਅਰਜਨ ਕੋ ਅਧਿਕ ਸਰਾਹੀ। ਜਾਂਦੇ ਹੋਏ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੀ ਬਹੁਤ ਸੋਭਾ ਕਰ ਰਹੇ ਹਨ। ਮ੍ਰਿਦੁਲ ਸੁਸ਼ੀਲ ਸਨੇਹ ਮਹਾਨੇ। ਕਹਿੰਦੇ ਗੁਰੂ ਅਰਜਨ ਦੇ ਪਾਤਸ਼ਾਹ ਬੜੇ ਕੋਮਲ ਸੁਭਾਅ ਦੇ ਆ, ਬਹੁਤ ਸਿਆਣੇ ਆ, ਤੇ ਬੜੇ ਮੋਹ ਕਰਨ ਵਾਲੇ ਹਨ, ਮਲਾਪੜੇ ਬਹੁਤ ਹਨ। ਵੱਡੇ ਉਦਾਰ ਗਿਆਨ ਗੁਣਵਾਨੇ। ਤੇ ਗੁਣਾਂ ਦੇ ਘਰ ਹੈ, ਬੜੇ ਗਿਆਨ ਵਾਲੇ ਐ, ਨਾਲ ਹੀ ਸਖੀ ਚਿੱਤ ਬਹੁਤ ਨੇ, ਛੂਮਾਂ ਵਰਗੇ ਨਹੀਂ, ਜੋ ਕੁਝ ਹੈ ਸਭ ਸੰਗਤ ਦਾ ਜਾਣਦੇ ਹਨ। ਸਭ ਖਡੂਰ ਮਹਿ ਉਤਰੇ ਜਾਈ। ਤੋ ਸਾਧ ਸੰਗਤ ਜੀ ਇੱਥੋਂ ਤੁਰੇ ਤੇ ਖਡੂਰ ਸਾਹਿਬ ਬਾਬਾ ਦਾਤੂ ਜੀ ਵਰਗਿਆਂ ਨੂੰ ਤਾਰਨਾ ਸੀ ਨਾ ਇਹਨਾਂ ਦੇ ਪਰਿਵਾਰ ਨੂੰ, ਇੱਥੋਂ ਸਾਰੇ ਖਡੂਰ ਸਾਹਿਬ ਜਾ ਉਤਰੇ ਹਨ। ਗੋਇੰਦਵਾਲ ਗਏ ਅਗਵਾਈ। ਖਡੂਰ ਸਾਹਿਬ ਵਾਲੇ ਇੱਥੇ ਉਤਰ ਗਏ, ਗੋਇੰਦਵਾਲ ਆਪਣਾ ਜਿਹੜੇ ਗੁਰੂ ਅੰਗਦ ਦੇ ਪਾਤਸ਼ਾਹ ਦਾ ਪਰਿਵਾਰ ਹੈ, ਤੇ ਗੁਰੂ ਅਮਰਦਾਸ ਮਹਾਰਾਜ ਦਾ ਪਰਿਵਾਰ, ਮਹਾਰਾਜ ਦੇ ਨਾਨਕੇ ਜਿਹੜੇ ਆ ਉਹ ਗੋਇੰਦਵਾਲ ਚਲੇ ਗਏ ਹਨ। ਕ੍ਰਿਸ਼ਨ ਚੰਦ ਧਨਵੰਤੀ ਦੋ। ਇਸ ਤਰ੍ਹਾਂ ਮੇਲ ਤੁਰਦਾ ਜਾਂਦਾ ਹੌਲੀ ਹੌਲੀ, ਤੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਨਾ ਤੇ ਨਾਨੀ ਆ ਕ੍ਰਿਸ਼ਨ ਚੰਦ ਤੇ ਬੀਬੀ ਧਨਵੰਤੀ ਜੀ, ਵਿਖਤ ਕੁਟੰਬ ਹਿਤੂ ਨਿਜ ਸੋ। ਤੇ ਆਪਣੀ ਧੀ ਦਾ ਵਧਿਆ ਹੋਇਆ ਪਰਿਵਾਰ ਵੀ, ਹੁਣ ਸਾਡੀ ਪੁੱਤਰੀ ਦੇ ਘਰ ਦੋਤੇ ਦੀ ਘਰ ਵਾਲੀ ਜਾਂ ਮੇਰੀ ਪੁੱਤਰੀ ਦੇ ਘਰ ਨੂੰ ਵੀ ਆ ਗਈ ਹੈ, ਇਹ ਵੇਖ ਵੇਖ ਦੋਵੇਂ ਬਜ਼ੁਰਗ ਬਹੁਤ ਖੁਸ਼ ਹੁੰਦੇ ਹਨ। ਅਸ਼ਟ ਦਿਵਸ ਪਾਛੇ ਸੋ ਰਹਿਓ। ਤੇ ਸਾਰੇ ਮੇਲ ਤੋਂ ਜਾਣ ਤੋਂ ਬਾਅਦ ਸਾਧ ਸੰਗਤ ਜੀ ਨਾਨਾ ਤੇ ਨਾਨੀ ਮਹਾਰਾਜ ਹਰਗੋਬਿੰਦ ਸਾਹਿਬ ਦੇ 8 ਦਿਨ ਬਾਅਦ ਵੀ ਇੱਥੇ ਰਹੇ ਹਨ। ਬਾਹਰ ਚੱਲਣ ਕੋ ਚਿਤ ਮਹਿ ਚਾਹਿਓ। ਫਿਰ ਮਨ ਕੀਤਾ ਵੀ ਹੁਣ ਆਪਦੇ ਘਰ ਚੱਲਣਾ ਚਾਹੀਏ। ਵਿਆਹੇ ਦੋਹਤੇ ਕੋ ਹਰ ਖਾਨਾ। ਇਸ ਤਰ੍ਹਾਂ ਇਹਨਾਂ ਨੇ ਦੋਤੇ ਦਾ ਵਿਆਹ ਕੀਤਾ, ਬੜੇ ਖੁਸ਼ੀ ਪ੍ਰਾਪਤ ਹੋਈ ਹੈ। ਖਰਚੋ ਢਿਗ ਤੇ ਦਰਬ ਮਹਾਨਾ। ਤੇ ਆਪਦੇ ਕੋਲੋਂ ਵੀ ਦੋਤਰੇ ਦੇ ਵਿਆਹ ਤੇ ਬੜੀ ਮਾਇਆ ਵੀ ਖਰਚ ਕੀਤੀ ਹੈ ਹਰਗੋਬਿੰਦ ਸਾਹਿਬ ਦੇ ਨਾਨਕੇ ਪਰਿਵਾਰ ਮਾਓ ਵਾਲਿਆਂ ਨੇ। ਕਰਿਓ ਜਥੋਚਿਤ ਤਬ ਹੈ ਵਿਸਰਜਨ। ਤੋ ਸਾਧ ਸੰਗਤ ਜੀ ਜਥਾ ਉਚਿਤ ਸੀਗਾ, ਮਾਤਾ ਗੰਗਾ ਜੀ ਤੇ ਪਾਤਸ਼ਾਹ ਨੇ ਇਹਨਾਂ ਨੂੰ ਵਿਦਾਇਗੀ ਦਿੱਤੀ ਹੈ। ਭਇਓ ਸਨੇਹ ਅਛੇਹ ਦੁਹਿਨ ਮਨ। ਦੋਵਾਂ ਦੇ ਪਾਸੇ ਮਾਤਾ ਗੰਗਾ ਜੀ ਵੀ ਬੜੇ ਖੁਸ਼ ਹੈ, ਤੇ ਇਹ ਦੋਵੇਂ ਬਜ਼ੁਰਗ ਮਹਾਰਾਜ ਸਤਿਗੁਰਾਂ ਦੇ ਘਰੋਂ ਚੱਲੇ ਐ, ਬੜਾ ਪ੍ਰੇਮ ਮਨ ਵਿੱਚ ਹੋ ਰਿਹਾ ਹੈ। ਮਿਲ ਪੁੱਤਰੀ ਸੰਗ ਬਾਰ ਹੈ ਬਾਰੀ। ਵਾਰ-ਵਾਰ ਆਪਣੀ ਧੀ ਮਾਤਾ ਗੰਗਾ ਜੀ ਨੂੰ ਮਿਲਦੇ ਹਨ। ਮਾਂ ਕੀ ਔਰ ਚੱਲੇ ਸੁਖ ਧਾਰੀ। ਤੇ ਸੁਖ ਧਾਰਦੇ ਹੋਏ ਇਹ ਦੋਵੇਂ ਬਜ਼ੁਰਗ ਪਾਤਸ਼ਾਹ ਦੇ ਨਾਨਾ ਤੇ ਨਾਨੀ ਜੀ
ਆਪਣੇ ਪਿੰਡ ਮਾਓ ਨੂੰ ਚਲੇ ਚੱਲੇ ਐ। ਅਪਰ ਸਿੱਖ ਸੰਗਤ ਜੇ ਤੋ ਆਏ। ਕਵੀ ਜੀ ਕਹਿੰਦੇ ਹੋਰ ਵੀ ਜਿਹੜੀ ਦੂਰੋਂ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਆਈ ਹੋਈ ਸੀ। ਜਥਾ ਜੋਗ ਸਭ ਵਿਦਾ ਕਰਾਏ। ਮਾਤਾ ਗੰਗਾ ਜੀ ਨੇ ਮਠਾਈਆਂ ਦੇ ਦੇ ਕੇ, ਕੱਪੜੇ ਬਸਤਰ ਗਹਿਣੇ ਦੇ ਦੇ ਸਭ ਨੂੰ, ਤੇ ਜਾਣ ਦਾ ਕਿਰਾਇਆ ਭਾੜਾ ਖੁੱਲੀ ਮਾਇਆ ਦੇ ਦੇ ਕੇ ਨਿਵਾਜਣਾ ਕੀਤਾ ਹੈ। ਉਤਸਵ ਏਵ ਵਿਆਹ ਕੋ ਹੋਵਾ। ਤੋ ਇਸ ਤਰ੍ਹਾਂ ਹਰਗੋਬਿੰਦ ਸਾਹਿਬ ਦਾ ਵਿਆਹ ਸੰਪੂਰਨ ਹੋਇਆ। ਬੜਾ ਉਤਸ਼ਾਹ, ਖੁਸ਼ੀਆਂ ਖੇੜੇ 5-7 ਦਿਨ ਲੰਘ ਗਏ ਹਨ। ਪਠਹਿ ਸੁਨਹਿ ਸਿੱਖ ਤਿਨ ਤਿਨ ਸੁਖ ਦੁਖ ਹੋਵਾ। ਦੁਆਰਾ ਪੜ। ਪਠਹਿ ਸੁਨਹਿ ਸਿੱਖ ਤਿਨ ਦੁਖ ਖੋਵਾ। ਜਿਹੜੇ ਸਿੱਖ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਦਾ ਪ੍ਰਸੰਗ ਪੜਨਗੇ ਤੇ ਜਿਹੜੇ ਗਾਂ ਅੱਗੇ ਸੁਣਨਗੇ ਤੇ ਸੁਣਾਉਣਗੇ, ਉਹਨਾਂ ਦੇ ਦੁੱਖ ਨਾਸ਼ ਹੋਣਗੇ ਤੇ ਸੁਖ ਪ੍ਰਾਪਤ ਹੋਣਗੇ। ਮਨੋਂ ਇੱਛਾ ਜਿਹੜੀ ਆ, ਮਨ ਦੀ ਕਾਮਨਾ ਪੂਰੀ ਹੋਵੇਗੀ। ਮਨ ਦੇ ਇੱਛਤ ਸਾਰੇ ਪ੍ਰਾਪਤ ਫਲ ਹੋਣਗੇ। ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਦਾ ਪ੍ਰਸੰਗ ਸੁਣੇਗਾ ਤੇ ਅਗਾਂ ਬੱਚਿਆਂ ਨੂੰ ਜਾਂ ਅੱਗੇ ਦੀ ਅੱਗੇ ਸੁਣਾਵੇਗਾ। ਕਵੀ ਜੀਆਂ ਨਾਲ ਫਲ ਵੀ ਦੱਸ ਦਿੱਤਾ ਹੈ। ਇਸ ਤੋਂ ਬਾਅਦ ਸਾਧ ਸੰਗਤ ਜੀ ਅੱਗੇ ਜਿਵੇਂ ਪ੍ਰਿਥੀ ਚੰਦ ਨੂੰ ਪਤਾ ਲੱਗਿਆ ਵੀ ਵਿਆਹ ਭੁਗਤਾ ਦਿੱਤਾ, ਸੜਬੜ ਕੇ ਕੋਲਾ ਹੋਇਆ, ਫਿਰ ਸਾਧ ਸੰਗਤ ਜੀ ਆਪਦੇ ਕੋ ਮਿੱਤਰ ਜਿਹੜਾ ਇਹਦਾ ਸੀ ਪਠਾਨ ਸੁਲਹੀ, ਉਹਨੂੰ ਕੁਝ ਫੌਜ ਦੇ ਕੇ ਫਿਰ ਮਹਾਰਾਜ ਦੇ ਘਰ ਤੇ ਚੜਾਇਆ ਇਹਨੇ। ਜਿਵੇਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸੰਗਤਾਂ ਨੇ ਦੱਸਿਆ ਵੀ ਮਹਾਰਾਜ ਪ੍ਰਿਥੀ ਚੰਦ ਫਿਰ ਉਹਨਾਂ ਲੱਛਣਾਂ ਤੇ ਆ ਗਿਆ। ਹੁਣ ਇਹਦੋਂ ਅੱਗੇ ਸਾਧ ਸੰਗਤ ਜੀ ਪ੍ਰਿਥੀ ਚੰਦ ਤੇ ਚੰਦੂ ਦਾ ਜਿਵੇਂ ਜਿਵੇਂ ਮਹਾਰਾਜ ਨਾਲ ਵੈਰ ਵਧੇਗਾ, ਉਹ ਪ੍ਰਸੰਗ ਆਪਾਂ ਰੋਜ਼ ਸਰਵਣ ਕਰੀਏ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਅਪਰ ਸਿੱਖ ਸੰਗਤ ਜੇ ਆਏ। ਜਥਾ ਜੋਗ ਸਭ ਵਿਦਾ ਕਰਾਏ। ਉਤਸਵ ਏਵ ਵਿਆਹ ਕੋ ਹੋਵਾ। ਪਠਹਿ ਸੁਨਹਿ ਸਿੱਖ ਤਿਨ ਦੁਖ ਖੋਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।